अच्छा चलो शुरू करें। नेक्स्ट टॉपिक जो आना बेटा टॉपिक है तो कंडीशंस ऑफ इक्विलिब्रियम। बेसिकली जो नेक्स्ट टॉपिक है वो तो कंडीशन ऑफ इक्विलिब्रियम ਇਹਦੇ ਅੰਦਰ ਅਸੀਂ ਡਿਫਾਈਨ ਹੈ ਕਰਦੇ ਹਾਂ ਕਿ ਜੇਕਰ ਕੋਈ ਵੀ ਬਾਡੀ ਤੁਹਾਡੀ ਇਕੁਇਲਿਬ੍ਰੀਅਮ ਸਟੇਟ ਦੇ ਅੰਦਰ ਹੈ ਹਨਾ ਤੇ ਕਿ ਮੇਰੇ ਕੋਲ ਬਾਡੀ ਦੀ ਕੀ ਉਦੋਂ ਕੰਡੀਸ਼ਨਸ ਹੋਣਗੀਆਂ ਇਕੁਇਲਿਬ੍ਰੀਅਮ ਦੇ ਅੰਦਰ ਤੇ ਨਾਰਮਲੀ ਇਕੁਇਲਿਬ੍ਰੀਅਮ ਵਰਡ ਨੂੰ ਅਸੀਂ ਐਸ ਸੱਚ ਜੇ ਕੋ ਗੱਲ ਕਰੀਏ ਤਾਂ ਅਸੀਂ ਕਹਿੰਦੇ ਜੀ ਇਕੁਇਲਿਬ੍ਰੀਅਮ ਦਾ ਮਤਲਬ ਇਹ ਆ where there is a no net force act on a body यानी जनरली ਅਸੀਂ ਇਕੁਇਲਿਬ੍ਰੀਅਮ ਨੂੰ ਨੈਟ ਫੋਰਸ ਨਾਲ ਕਹਿੰਦਾ ਜੀ ਕੋਰਿਲੇਟ ਕਰਦੇ ਆ ਉਹ ਕਹਿੰਦਾ ਪਰ ਕੱਲੀ ਇਹੀ ਇੱਕ ਕੰਡੀਸ਼ਨ ਨਹੀਂ ਹੈਗੀ ਵੀ ਸੈਡ ਕਿ ਵੀ ਇਕੁਇਲਿਬ੍ਰੀਅਮ ਜਿਹੜਾ ਹੋਏਗਾ ਉਹ ਅੱਗੇ ਦੋ ਤਰ੍ਹਾਂ ਦਾ ਹੋਏਗਾ ਨੰਬਰ 1 ਕਹਿੰਦਾ ਜੀ ਮੇਰੇ ਕੋਲ ਜਿਹੜਾ ਇਕੁਇਲਿਬ੍ਰੀਅਮ ਹੋਏਗਾ that is to be called as a translational equilibrium एक इक्विलिब्रियम ਨੂੰ ਅਸੀਂ ਡਿਫਾਈਨ ਕਰਦੇ ਹਾਂ ਕਿ ਉਹ ट्रांसलेशनल इक्विलिब्रियम है and second one is to be called as a rotational equilibrium so दो टाइप का इक्विलिब्रियम आ जाना थोड़े को ठीक है एक ट्रांसलेशनल और एक रोटेशनल ट्रांसलेशनल इक्विलिब्रियम की हैगा ट्रांसलेशनल इक्विलिब्रियम दी कंडीशंस की ने अग्यों ट्रांसलेशनल इक्विलिब्रियम कितने टाइप का वा है ना वो सारा कुछ ऐसा चीज अंदर कवर करांगे तो सब तो पहले ਇਹਦੇ ਅੰਦਰ ਜੇ वर्ड लेके चलिए ट्रांसलेटरी मोशन या ਅਸੀਂ ਇਹਦੇ ਲਈ ਦੂਜਾ ਵਰਡ ਯੂਜ਼ ਕਰੀਏ ਰੈਕਟੀਲੀਨੀਅਰ ਮੋਸ਼ਨ ਬੋਥ ਆਰ ਟੇਕਨ ਵਿਦ ਦ ਸੇਮ वन ठीक है बॉडी पॉइंट ऑब्जेक्ट होए या मेरे को बॉडी एक फाइनाइट साइज दी होवे रिजिड बॉडी गिवन होवे ठीक है दोनों वास्ते ਇਹਦਾ ਮਤਲਬ ਅਸੀਂ ਲੀਨੀਅਰ ਮੋਸ਼ਨ ਹੀ स्ट्रेट लाइन मोशन कंसीडर करते हैं एंड ट्रांसलेशनल इक्विलिब्रियम ਦਾ मतलब ਇਹ होएगा a body is said to be in translational equilibrium if net force acting on the given body if net force acting on the rigid body ठीक है is said to be zero यानी जे थोड़े गिवन सिस्टम दे अंदर बॉडी ते कोई फोर्स अप्लाई नहीं हो रही बॉडी दी नेट फोर्स जीरो आ मेन समझन वाले आ ठीक है इसलिए गल समझे भी ध्यान बेटा कि ट्रांसलेशनल इक्विलिब्रियम दे अंदर मेन अपने कोल कंडीशन ये रहेगी कि जे बॉडी दे उत्ते नेट फोर्स ओदी जीरो आ तो then we said कि your body is in a translational equilibrium मतलब ਉਹਦਾ ਇਹ ਆ ਗਿਆ ਕਿ ਜੇ ਬॉडी ਦੇ ਅੰਦਰ ਮੇਰੇ ਕੋਲ ਜਿਹੜੀ ਨੈਟ ਫੋਰਸ ਹੈਗੀ ਆ ठीक है समेशन ऑफ नेट फोर्स का मतलब रहेगा जिन्नियां भी इंडिविजुअल फोर्सेस बॉडी पे लाई कर दियां ठीक है उन्हां सारियां फोर्सेस दी नेट फोर्स कैलकुलेट कर लो जे सिस्टम दी नेट फोर्स जीरो है देन वी सेड योर बॉडी इज इन ट्रांसलेशनल इक्विलिब्रियम क्या पहली कंडीशन समझ लगी जो दसदा पिया यस सर Yes, sir. यस सर सिस्टम ਦੇ ਅੰਦਰ ਜਿਹੜੀ ਨੈਟ ਫੋਰਸ ਲੈ ਕੇ ਚੱਲਾਂਗੇ ਚ ਕਿਹੜੀ ਫੋਰਸ ਆ ਕਹਿੰਦਾ ਬਤੋ ਇਹਦੇ ਅੰਦਰ ਮੇਰੇ ਕੋਲ ਇੰਟਰਨਲ ਤੇ ਐਕਸਟਰਨਲ ਫੋਰਸਸ ਆ ਗਈਆਂ ਜੇ ਅਸੀਂ ਕਹਿੰਦੇ ਸਿਸਟਮ ਦੀ ਇੰਟਰਨਲ ਫੋਰਸਸ ਹੈ ਨਾ that always cancel out in pair ਤੁਹਾਡੀ ਗਿਵਨ ਰਿਜਿਡ ਬਾਡੀ ਦੇ ਅੰਦਰ ਜਿੰਨੇ ਵੀ ਉਹਦੇ ਕੰਸਟੀਟੂਐਂਟ ਪਾਰਟੀਕਲਸ ਨੇ ਆ ਮੇਰੇ ਕੋਲ ਕੋਈ ਵੀ ਇੱਕ ਰਿਜਿਡ ਬਾਡੀ ਆ ਠੀਕ ਹੈ ਇਹਦੇ ਅੰਦਰ ਜਿੰਨੇ ਵੀ ਇਹਦੇ ਕੰਸਟੀਟੂਐਂਟ ਪਾਰਟੀਕਲਸ ਨੇ each particle will exert the force on one another ਤੇ ਅਸੀਂ ਕਹਿੰਦੇ ਜੀ those forces always cancel out in a pair ਇਹਦਾ ਮਤਲਬ ਹੋ ਗਿਆ ਸਿਸਟਮ ਦੀ ਇੰਟਰਨਲ ਫੋਰਸ ਤੇ ਕੈਨਸਲ ਆਊਟ ਇਨ ਪੇਅਰ ਹੋਏਗੀ ਪਰ ਜੇ ਸਿਸਟਮ ਦੇ ਉੱਤੇ ਨੰਬਰ ਆਫ ਫੋਰਸਸ ਲਾਈ ਕਰਦੀਆਂ but under all those forces your net force on the system come out to be zero so we must say your system is in translational equilibrium ਦੂਜੇ ਪਾਸੇ ਆਪਾਂ ਜੇ ਫੋਰਸ ਨੂੰ ਅੱਗੇ ਡਿਫਾਈਨ ਕਰੀਏ ਤੇ ਫੋਰਸ ਆ ਜਾਂਦੀ dp/dt ਠੀਕ ਹੈ ਇਹਦਾ ਮਤਲਬ ਜੇ ਸਿਸਟਮ ਦੀ ਨੈਟ ਫੋਰਸ ਜ਼ੀਰੋ ਆ ਤੇ ਇਟ ਮੀਨਸ ਜੇ ਆ ਸਿਸਟਮ ਦੀ ਨੈਟ ਫੋਰਸ ਜ਼ੀਰੋ ਆ ਤੇ ਇਹਦਾ ਮਤਲਬ ਇਹ ਹੋ ਗਿਆ ਸਿਸਟਮ ਦਾ ਜਿਹੜਾ ਨੈਟ ਮੋਮੈਂਟਮ ਹੋਏਗਾ that remain constant ਇਹਨਾਂ ਸਿਸਟਮ ਦਾ ਮੋਮੈਂਟਮ ਜਿਹੜਾ ਮੇਰੇ ਕੋਲ ਕਾਂਸਟੈਂਟ ਰਹੇਗਾ ਪਰ ਅੱਗੇ ਮੋਮੈਂਟਮ ਹੁੰਦਾ ਮਾਸ ਇਨਟੂ ਵੈਲੋਸਿਟੀ ਠੀਕ ਹੈ ਮੋਮੈਂਟਮ ਹੋ ਗਿਆ ਮਾਸ ਇਨਟੂ ਵੈਲੋਸਿਟੀ ਤੇ ਜੇ ਅਸੀਂ ਸਿਸਟਮ ਦੀ ਨੈਟ ਫੋਰਸ ਲਈਏ ਸੈਂਟਰ ਮਾਸ ਤੇ ਲਾਈ ਕਰਦੀ ਪਈ ਆ ਹਨਾ ਔਰ ਜਿਹੜੀ ਕਿ ਅਸੀਂ ਜ਼ੀਰੋ ਸਿਸਟਮ ਚ ਵੈਲਿਊ ਦੇ ਬਣਾਣੇ ਨੇ ਤੇ ਇਟ ਮੀਨਸ ਸੈਂਟਰ ਆਫ ਮਾਸ ਦੀ ਜਿਹੜੀ ਵੈਲੋਸਿਟੀ ਵੀ ਹੋਏਗੀ ਠੀਕ ਹੈ that remain to be ਕਰਨਾ ਜੀ ਕਾਂਸਟੈਂਟ ਇਹਦਾ ਮਤਲਬ ਇਹ ਚੋਂ ਆਪਾਂ ਦੋ ਵਰਡ ਲੈਣ ਲੱਗੇ ਕਿ ਜਦੋਂ ਸਿਸਟਮ ਦੇ ਅੰਦਰ ਉਹਦੀ ਨੈਟ ਫੋਰਸ ਜ਼ੀਰੋ ਆ
ਤੇ ਸਿਸਟਮ ਦੀ ਨੈਟ ਫੋਰਸ ਜ਼ੀਰੋ ਕਰਕੇ ਸਿਸਟਮ ਆਪਣੇ ਆਪ ਦੇ ਅੰਦਰ ਜਿਹੜੇ ਕੰਸਟੀਚੁਐਂਟ ਪਾਰਟੀਕਲਸ ਨੇ, ਠੀਕ ਹੈ, ਉਹਨਾਂ ਦੀ ਇੰਡੀਵਿਜੂਅਲ ਵੈਲੋਸਿਟੀ ਕੁਝ ਵੀ ਪੋਸੀਬਲ ਆ, ਪਰ ਔਨ ਦਾ ਹੋਲ ਪੂਰੀ ਬਾਡੀ ਦੀ, ਪੂਰੇ ਸਿਸਟਮ ਦੀ ਜਿਹੜੀ ਨੈਟ ਵੈਲੋਸਿਟੀ ਹੋਏਗੀ ਤੇ ਪੂਰੇ ਸਿਸਟਮ ਦਾ ਜਿਹੜਾ ਨੈਟ ਮੋਮੈਂਟਮ ਹੋਏਗਾ, that always remain to be constant. ਇੰਨੀ ਕੰਡੀਸ਼ਨ ਪਹਿਲਾਂ ਕਲੀਅਰ ਆ? Yes, Yes, sir. Yes, sir. ਹੁਣ ਇਹਦੇ ਅੰਡਰ ਹੀ ਅਸੀਂ ਅੱਗੇ ਕੰਡੀਸ਼ਨ ਲੈਣ ਲੱਗੇ, ਕਹਿੰਦਾ ਜੀ ਜਦੋਂ ਬਾਡੀ ਇਕੁਇਲਿਬ੍ਰੀਅਮ ਚ ਆ ਤਾਂ ਦੋ ਸਟੇਟਸ ਹੋ ਸਕਦੀ ਆ। ਅਸੀਂ ਕਹਿੰਦੇ ਟ੍ਰਾਂਸਲੇਸ਼ਨਲ ਇਕੁਇਲਿਬ੍ਰੀਅਮ, ਅੱਗੇ ਮੇਰੇ ਕੋਲ ਦੋ ਟਾਈਪ ਚ ਆਏਗਾ। ਯਾਨੀ ਜੇ ਮੈਂ ਟ੍ਰਾਂਸਲੇਸ਼ਨਲ ਇਕੁਇਲਿਬ੍ਰੀਅਮ ਨੂੰ ਡਿਫਾਈਨ ਕਰਾਂ तो कहना जी ट्रांसलेशनल इक्विलिब्रियम में को दो टाइप आ जाएगा, वन इज टू बी कॉल्ड एज अ स्टैटिक इक्विलिब्रियम एंड सेकंड वन इज टू बी कॉल्ड एज अ डायनामिक इक्विलिब्रियम। स्टैटिक इक्विलिब्रियम का मतलब ये रहेगा इफ योर बॉडी इज ऑलरेडी इन द स्टेट ऑफ रेस्ट, है ना, एंड नो नेट फोर्स विल एक्ट ऑन द बॉडी, तो स्टिल कहना जी मेरे को सिस्टम जो रेस्ट दी स्टेट च ही रहेगा, ते उदों जेड़ा बॉडी का इक्विलिब्रियम होएगा उस नाम दे दिंदे आ कि ट्रांसलेशनल इक्विलिब्रियम अपनी स्टैटिक इक्विलिब्रियम की कंडीशन जस्टिफाई करता। और जे मेरे को बॉडी यूनिफॉर्म मोशन च, तो जे बॉडी ते नेट फोर्स जीरो आ ते इमल बॉडी दे अंदर एक्सेलरेटिंग स्टेट नहीं बननी, ठीक है, इमल बॉडी उस मोमेंट ते यूनिफॉर्म मोशन च, ते जे बॉडी यूनिफॉर्म मोशन च होएगी ते रिमेन टू बी इन द स्टेट ऑफ यूनिफॉर्म मोशन। गल समझ आई? Yes, sir. ਇਹਦਾ ਮਤਲਬ ਫਿਰ ਇੱਕ ਵਾਰੀ ਲਾਈਨ ਰਿਪੀਟ ਕਰ ਰਿਹਾ, ਜੇ ਬਾਡੀ ਸਟੈਟਿਕ ਇਕੁਇਲਿਬ੍ਰੀਅਮ ਚ ਆ, ਇਹਦਾ ਮਤਲਬ ਇਹ ਹੋ ਗਿਆ ਕਿ ਵੀ ਆ ਮੰਨ ਲਓ ਮੇਰੇ ਕੋਲ ਕੋਈ ਇੱਕ ਬਾਡੀ ਆ ਗਈ, ਜੇ ਇਸ ਮੂਵਮੈਂਟ ਤੇ ਇਹਦੇ ਉੱਤੇ ਕਰੀਏ ਗੱਲ ਤਾਂ ਅਸੀਂ ਕਹਿੰਦੇ ਜੀ ਦੋ ਇੰਟਰਨਲ ਫੋਰਸਸ ਦੇ ਇਸ ਵੇਲੇ ਚ ਲਾਈ ਕਰਦੀਆਂ ਪਈਆਂ, ਇੱਕ ਇਹਦਾ weight ਤੇ ਇਹਦੀ ਰਿਐਕਸ਼ਨਲ ਫੋਰਸ, ਤੇ ਜੇ ਥਰਡ ਮੈਂ ਇਧਰੋਂ ਤੇ ਫੋਰਥ ਮੈਂ ਇਧਰੋਂ ਬਾਡੀ ਤੇ ਫੋਰਸ ਅਪਲਾਈ ਕਰਾਂ ਔਰ ਇਹਨਾਂ ਫੋਰਸਸ ਦੇ ਅੰਡਰ ਵੀ ਬਾਡੀ ਮੇਰੀ ਮੂਵ ਨਹੀਂ ਕਰ ਰਹੀ, ਤਾਂ ਅਸੀਂ ਕਹਿੰਦੇ ਜੀ ਬਾਡੀ ਦੇ ਅੰਦਰ ਜਿਹੜਾ ਇਕੁਇਲਿਬ੍ਰੀਅਮ ਉਹ ਸਟੈਟਿਕ ਆ। ਤੇ ਜੇ ਮੇਰੀ ਬਾਡੀ, ਠੀਕ ਹੈ ਜੀ, ਐਸ ਸੱਚ ਇਹ ਮੰਨ ਕੇ ਚੱਲਾ ਕਿ ਆ ਫੋਰਸ ਨਹੀਂ ਹੈਗੀ, ਵੀ ਆਰ ਕੰਸੀਡਰਿੰਗ ਬਾਡੀ ਆਲਰੇਡੀ ਯੂਨੀਫਾਰਮ ਮੋਸ਼ਨ ਚ ਆ, ਤੇ ਜੇ ਬਾਡੀ ਯੂਨੀਫਾਰਮ ਮੋਸ਼ਨ ਚ ਹੋਏਗੀ, ਠੀਕ ਹੈ, ਤੇ ਜੇ ਸਿਸਟਮ ਤੇ ਨੈਟ ਫੋਰਸ ਜ਼ੀਰੋ ਆ ਤੇ ਇਟ ਸਟਿਲ ਕਹਿੰਦਾ ਜੀ ਮੂਵਿੰਗ ਵਿਦ ਦਾ ਕਹਿੰਦਾ ਜੀ ਸੇਮ ਵੈਲੋਸਿਟੀ, ਤੇ ਉਦੋਂ ਇਕੁਇਲਿਬ੍ਰੀਅਮ ਨੂੰ ਅਸੀਂ ਕੰਸੀਡਰ ਕਰ ਲੈਂਦੇ ਕਿ ਉਹ ਡਾਇਨਾਮਿਕ ਇਕੁਇਲਿਬ੍ਰੀਅਮ ਹੋਏਗਾ। क्या स्टैटिक ते डायनामिक दो टाइप के ਜਿਹੜੇ ਇਕੁਇਲਿਬ੍ਰੀਅਮ ਦੀ ਗੱਲ ਕਰ ਰਿਹਾ, क्या ਇਹ ਦੋ ਵਰਡ ਕਲੀਅਰ ਆ? Yes, sir. Yes, sir. ये सारा ही टॉपिक ਤੁਹਾਡਾ थ्योरेटिकल आ और सिर्फ समझण वाला, इसलिए समझी ध्यान ਨਾਲ ਚੱਲਿਓ बेटा। ਹੁਣ ਜੇ ਅੱਗੇ ਕੰਟੀਨਿਊ ਕਰਾਂ, एक सेकंड नोट करिए। चलो, सो इस इंस्टेंट पे ਜਿਹੜਾ ਸਟੈਟਿਕ ਤੇ ਡਾਇਨਾਮਿਕ ਮੇਰੇ ਕੋਲ ਦੋ ਟਾਈਪ ਦੇ ਇਕੁਇਲਿਬ੍ਰੀਅਮ ਆ ਗਏ। ਅੱਗਿਓ ਬੇਟਾ ਅਸੀਂ ਫਿਰ ਜਿਹੜਾ ਇਹਨੂੰ ਇਕੁਇਲਿਬ੍ਰੀਅਮ ਦੀ ਕੰਡੀਸ਼ਨ ਆ ਇਹਨੂੰ ਫਰਦਰ ਕਲਾਸੀਫਾਈ ਕਰਦੇ ਆ ਕਿ ਜਿਹੜਾ ਗਿਵਨ ਇਕੁਇਲਿਬ੍ਰੀਅਮ ਆ ਇਹ ਸਟੇਬਲ ਇਕੁਇਲਿਬ੍ਰੀਅਮ ਆ, ਇਹ ਅਨਸਟੇਬਲ ਇਕੁਇਲਿਬ੍ਰੀਅਮ ਆ, ਜਾਂ ਮੇਰੇ ਕੋਲ ਨਿਊਟਰਲ ਇਕੁਇਲਿਬ੍ਰੀਅਮ। ठीक है, स्टैटिक ते डायनामिक ये दो ट्रांसलेशनल इक्विलिब्रियम ਦੀਆਂ ਕੈਟਾਗਰੀ ਹੋ ਗਈਆਂ। ਅੱਗਿਓਂ ਫਿਰ ਅਸੀਂ ਬਾਡੀ ਦੀ ਪੋਟੈਂਸ਼ੀਅਲ એનર્ਜੀ ਦੇ ਬੇਸ ਤੇ, ਠੀਕ ਹੈ, ਅਸੀਂ ਡਿਸਾਈਡ ਕਰਾਂਗੇ ਕਿ ਜਦੋਂ ਬਾਡੀ ਇਕੁਇਲਿਬ੍ਰੀਅਮ ਸਟੇਟ 'ਚ ਆ ਉਦੋਂ ਉਹਦਾ ਇਕੁਇਲਿਬ੍ਰੀਅਮ ਸਟੇਬਲ ਆ, ਅਨਸਟੇਬਲ ਆ ਕਿ ਨਿਊਟਰਲ ਆ, ਕਿਹੜਾ ਟਾਈਪ ਦਾ ਉਹਦਾ ਇਕੁਇਲਿਬ੍ਰੀਅਮ ਹੋਏਗਾ। ਉਹਦੇ ਲਈ ਅਸੀਂ ਇਹਨੂੰ ਫਰਦਰ ਕਿੱਥੇ ਕੋਰਿਲੇਟ ਕਰਨ ਲੱਗੇ, ਐਸ ਐਚ ਅਸੀਂ ਦਾ ਰਿਲੇਸ਼ਨ ਲੈ ਰਹੇ ਹਾਂ कि जे मैं फोर्स नु एज सच पोटेंशियल एनर्जी नाल लिंक करना होवे, फोर्स रिलेटेड विद पोटेंशियल एनर्जी, ते बेटा अगे ऑलरेडी ये टर्म तुहानू दसी हुई आ ग्रेविटेशन पोटेंशियल एनर्जी दी फॉर्म च। आ रिलेशन दी गल करन लगे हां, सब तो पहले दसूंगा रिलेशन पता जो लिख रहे हां F = -du/dr। Yes, sir. क्या सारे नु पता आपा जेड़ा रिलेशन लिखिया? Yes, sir. इन्हों सी नाम दे Yes, देने, sir. this is the relation between force and potential energy gradient। ठीक है, potential energy per unit distance इसे इन्हों potential energy gradient कह देने। इन्हों जे potential energy gradient नु मैं force ना relate करा ते आ मेरे को मेरा relation आ जाएगा। हुन आपा equilibrium च दा की context लेके चली,
ਉਹ ਕਹਿੰਦਾ ਪੁੱਤ ਜਦੋਂ ਸਿਸਟਮ ਦੇ ਅੰਦਰ ਨੈਟ ਕੋਡ 0 ਆ, ਯਾਨੀ ਜੇ f ਮੇਰੇ ਸਿਸਟਮ ਦਾ 0 ਆ ਤੇ 0 equal to minus du by dr, which implies u remain to be ਕਹਿੰਦਾ ਜੀ constant। ਇਹਦਾ ਮਤਲਬ ਸਿਸਟਮ ਦੀ ਪੋਟੈਂਸ਼ੀਅਲ એનર્ਜੀ ਜਿਹੜੀ ਹੋਏਗੀ ਕਹਿੰਦਾ ਜੀ that always remain constant। ਉਹ ਕਹਿੰਦਾ ਜਿਹੜੀ ਹੁਣ ਵੈਲਿਊ ਕਨਸਟੈਂਟ ਹੈ ਨਾ, ਇਹ ਤਿੰਨ ਤਰ੍ਹਾਂ ਦੀ ਹੋ ਸਕਦੀ ਹੈ। ਕਨਸਟੈਂਟ ਮੈਕਸਿਮਮ ਵੈਲਿਊ ਵੀ ਹੋ ਸਕਦੀ ਆ, ਕਨਸਟੈਂਟ ਨੈਗੇਟਿਵ ਵੈਲਿਊ ਵੀ ਹੋ ਸਕਦੀ, ਯਾਨੀ ਮਿਨੀਮਮ ਵੈਲਿਊ ਵੀ ਹੋ ਸਕਦੀ ਆ, ਤੇ ਕਨਸਟੈਂਟ ਮੇਰੇ ਕੋਲ ਐਸ ਸੱਚ ਕੋਈ ਵੀ ਉਹ ਵੈਲਿਊ ਜਿਹੜੀ ਚੇਂਜ ਨਾ ਹੋਵੇ, ਜਿੰਨੀ ਹੈਗੀ ਉਨੀ ਦੀ ਹੋਣੀ। ਨੈਗੇਟਿਵ ਤੋਂ ਲੈ ਕੇ ਪੋਜ਼ਿਟਿਵ ਦੇ ਇਨ ਬਿਟਵੀਨ ਕੋਈ ਵੀ ਉਹਦੀ ਵੈਲਿਊ ਜਿਹੜੀ ਅਨਚੇਂਜੇਬਲ ਹੋਏਗੀ, that ਕਹਿੰਦਾ ਜੀ is to be called as a constant। यानी पोटेंशियल एनर्जी ਜਿਹਨੂੰ ਅਸੀਂ ਕਾਂਸਟੈਂਟ ਕੰਸੀਡਰ ਕਰਾਂਗੇ, ਇਹ ਕਾਂਸਟੈਂਟ ਕਿਸ ਫਾਰਮ ਚ ਆ? क्या पोटेंशियल एनर्जी ਦੀ ਵੈਲਿਊ ਮੈਕਸਿਮਮ ਆ? क्या पोटेंशियल एनर्जी ਜਿਹੜੀ ਸਿਸਟਮ ਦੀ ਉਸਲੇ ਕੰਸਟੀਟੂਐਂਟ ਪਾਰਟੀਕਲ ਦੀ पोटेंशियल एनर्जी ਹੋਏਗੀ, क्या ਉਹ ਮੇਰੇ ਕੋਲ ਮਿਨੀਮਮ ਆ ਜਾਂ ਮੇਰੇ ਕੋਲ ਮੈਕਸਿਮਮ ਤੋਂ ਮਿਨੀਮਮ ਦੇ ਇਨ ਬਿਟਵੀਨ ਐਨੀ ਵੈਲਿਊ ਪੋਸੀਬਲ ਬਟ ਰਿਮੇਨ ਟੂ ਬੀ ਕਾਂਸਟੈਂਟ? that decided कि whether the equilibrium is to be stable equilibrium, unstable equilibrium और न्यूट्रल इक्विलिब्रियम। ਉਹਦੇ ਵਾਸਤੇ ਅਸੀਂ ਫਿਰ ਐਸਐਚ ਕੀ ਕਰਾਂਗੇ ਕਿ ਜੇ ਪੋਟੈਂਸ਼ੀਅਲ એનર્ਜੀ ਕਾਂਸਟੈਂਟ ਆ ਤੇ ਅਸੀਂ ਪੋਟੈਂਸ਼ੀਅਲ એનર્ਜੀ ਦੀ ਵੈਲਿਊ ਚੈੱਕ ਕਰਾਂਗੇ। ਉਹ ਕਹਿੰਦਾ ਜੀ ਇਫ ਜੇ ਇਹਦੇ ਵਿੱਚ ਆਪਾਂ ਪਹਿਲਾ ਇਕੁਇਲਿਬ੍ਰੀਅਮ ਲੈ ਕੇ ਚੱਲੀਏ, ਉਹਨੂੰ ਅਸੀਂ ਨਾਮ ਦੇਣ ਲੱਗੇ ਸਟੇਬਲ ਇਕੁਇਲਿਬ੍ਰੀਅਮ। ਉਹ ਕਹਿੰਦਾ ਬੱਚੇ ਜੇ ਇਕੁਇਲਿਬ੍ਰੀਅਮ ਮੇਰਾ ਸਟੇਬਲ ਇਕੁਇਲਿਬ੍ਰੀਅਮ ਹੋਏਗਾ, ठीक है, जे मेरे को स्टेबल इक्विलिब्रियम लेके चलिए तो वी मस्ट कंसीडर इन स्टेबल इक्विलिब्रियम पोटेंशियल एनर्जी ऑफ द सिस्टम शुड बी ऑफ अ मिनिमम वैल्यू। यानी मेरी जड़ी इस कंडीशन दे अंदर पोटेंशियल एनर्जी फोर्स तो 0 होएगी पर कोरेस्पोंडिंग टू 0 फोर्स जेडी कि इक्विलिब्रियम दी कंडीशन आ, फिर ਅਸੀਂ चेक करांगे ਉਹਦੀ पोटेंशियल एनर्जी कितनी है। ਤੇ ਜੇ ਉਸ ਸਿਸਟਮ ਦੀ ਪੋਟੈਂਸ਼ੀਅਲ એનર્ਜੀ ਮੇਰੀ 네ਗੇਟਿਵ ਚ ਹੋਵੇ, ਯਾਨੀ ਪੋਟੈਂਸ਼ੀਅਲ એનર્ਜੀ ਮਿਨੀਮਮ ਵੈਲਿਊ ਹੋਵੇ ਔਰ ਉਹ 네ਗੇਟਿਵ ਫਾਰਮ ਚ ਵੈਲਿਊ ਆ ਰਹੀ ਆ, ਤੇ ਵੀ ਮਸਟ ਸੇ ਕਿ ਵੀ ਉਦੋਂ ਇਕੁਇਲਿਬ੍ਰੀਅਮ ਜਿਹੜਾ ਸਟੇਬਲ ਹੋਏਗਾ। ਇਹਦੀ ਇੱਕ ਸਿੰਪਲੈਸਟ ਐਗਜ਼ਾਮਪਲ ਦੇਣਾ, ਕਹਿੰਦਾ ਪੁੱਤ ਵੇਅਰ ਦਾ ਇਲੈਕਟ੍ਰੋਨ ਸ਼ੁੱਡ ਬੀ ਮੋਸਟ ਸਟੇਬਲ। ਠੀਕ ਹੈ, ਜਦੋਂ ਇਲੈਕਟ੍ਰੋਨ ਅਰਾਊਂਡ ਦਾ ਨਿਊਕਲੀਅਸ ਮੂਵ ਕਰਦਾ ਪਿਆ ਹੈ ਨਾ, ਅਸੀਂ ਕਹਿੰਦੇ ਇਲੈਕਟ੍ਰੋਨ ਨੂੰ ਕਿਸੇ ਵੀ ਵੇ ਨਾਲ, ਇਲੈਕਟ੍ਰੋਨ ਨੂੰ ਤੁਸੀਂ ਕਿਸੇ ਵੀ ਵੇ ਨਾਲ ਉਹਦੇ ਗਿਵਨ એનર્ਜੀ ਲੈਵਲ 'ਚ એનર્ਜੀ ਸਪਲਾਈ ਕਰੋ, ਇਲੈਕਟ੍ਰੋਨ એનર્ਜੀ ਐਬਜ਼ੌਰਬ ਕਰਕੇ ਗਰਾਊਂਡ ਸਟੇਟ ਤੋਂ ਐਕਸਾਈਟਡ ਸਟੇਟ 'ਚ ਜਾਏਗਾ। ਠੀਕ ਹੈ, excited ਕਿਸੇ state ਚ ਚਲ ਜਾਏ but finally it again ਕਹਿੰਦਾ ਜੀ finally return back to the ground state। ਔਰ ਜਦੋਂ ਇਹ ground state ਚ ਆ ਰਿਹਾ ਤੇ it always release the extra amount of energy in the form of radiation। ਇਹਨੇ ਜਿੰਨੀਆਂ extra energy और radiation ਦੀ form ਚ ਛੱਡ ਦੇਣੀ, ਰੱਖੀ ਕਿਉਂ ਨਹੀਂ? ਕਿਉਂ ਇਲੈਕਟ੍ਰੋਨ ground state ਚ ਵਾਪਸ ਮੁੜਦਾ? ਕੀ ਜਸਟੀਫਾਈ ਕਰਾਂਗੇ? बोलेगा कोई है ना? less energy more stability। बिल्कुल इको ही लाइन मेन ਆਪਾਂ ਐਸ ਸੱਚ ਜੇ ਇਹਨੂੰ ਲੈ ਕੇ ਚੱਲੀਏ ਨਾ, ਅਸੀਂ ਪੁੱਤ ਪੋਟੈਂਸ਼ੀਅਲ એનર્ਜੀ ਦਾ ਟੌਪਿਕ ਯਾਦ ਕਰੋ, ਗ੍ਰੈਵਿਟੇਸ਼ਨ ਪੋਟੈਂਸ਼ੀਅਲ એનર્ਜੀ ਚ ਪੜਿਆ ਸੀ। U ਦਾ ਫਾਰਮੂਲਾ ਸੀ -gmm/r। क्या याद है जो बोलदा पिया? आ याद है जो बोल रहे हैं? Yes, sir. Yes, sir. ठीक है, इदां ही तुसी आ इलेक्ट्रॉन दी एनर्जी ਲਈ ਫਾਰਮੂਲਾ ਪੜਦੇ ਹਾਈਡਰੋਜਨ ਡਾਇਗਰਾਮ ਦੇ ਅੰਦਰ। हाइड्रोजन थ्योरी ਜਿਹੜੀ ਹੈਗੀ -13.6 n² इलेक्ट्रॉन वोल्ट ਪੜਦੇ ਹੋ ਜੀ? Yes, sir. Yes sir। ਇਹਨਾਂ ਚ 네ਗੇਟਿਵ ਸਾਈਨ ਕੀ ਜਸਟੀਫਾਈ ਕਰਦਾ ਮੈਨੂੰ? 네ਗੇਟਿਵ हाँ बोलो। कि एनर्जी सप्लाई नहीं करनी पैंदी। एनर्जी सप्लाई किस पर्पस ਲਈ एनर्जी सप्लाई नहीं करनी ਪੈਂਦੀ? इलेक्ट्रॉन मूव करवाने ਲਈ नहीं, ਅਸੀਂ ਇਹ ਕਹਿੰਦੇ ਕਿ ਜੇਕਰ ਐਸਾ ਤੁਸੀਂ ਇਹ ਲੈ ਕੇ ਚੱਲੋ ਕਿ ਤੁਹਾਡਾ n = 1, n = 1 ਕਿਹਾ ਜਾਂਦਾ ਗਰਾਊਂਡ ਸਟੇਟ ਨੂੰ। ਸਮਝੋ ਗੱਲ ਜਿਹਨਾਂ ਨੂੰ ਨਹੀਂ ਪਤਾ ਇਸ ਚੀਜ਼ ਬਾਰੇ। n ਹੈਗਾ ਤੁਹਾਡੇ ਕੋਲ ਇਲੈਕਟ੍ਰੋਨ ਕਿਹੜੇ ਆਪਣੇ ਕੋਲ ਲੈਵਲ 'ਚ ਪ੍ਰੈਜ਼ੈਂਟ ਆ। ਅਸੀਂ ਕਹਿੰਦੇ ਜੇ n = 1 ਹੋਏਗਾ ਤੇ ਇਹਦਾ ਮਤਲਬ ਇਲੈਕਟ੍ਰੋਨ ਆਪਣੀ ਗਰਾਊਂਡ ਸਟੇਟ 'ਚ ਅਵੇਲੇਬਲ ਆ। ਤੇ ਬੇਟਾ ਇਲੈਕਟ੍ਰੋਨ ਦੀ ਗਰਾਊਂਡ ਸਟੇਟ 'ਚ ਜਿਹੜੀ એનર્ਜੀ ਹੈ ਨਾ, ਉਹ ਬਣਦੀ -13.6 ਇਲੈਕਟ੍ਰੋਨ ਵੋਲਟ। ਜੇ ਇਲੈਕਟ੍ਰੋਨ ਆਪਣੇ ਫਰਸਟ ਐਕਸਾਈਟਡ ਲੈਵਲ ਤੇ ਹੋਏਗਾ ਤੇ ਉਹਦੀ ਉਸ ਲੈਵਲ 'ਚ એનર્ਜੀ ਬਣਦੀ ਆ -3.4 ਇਲੈਕਟ੍ਰੋਨ ਵੋਲਟ। ਇਹਦਾ ਮਤਲਬ ਵੈਲਿਊ ਜਿਹੜੀ 네ਗੇਟਿਵ ਦੇ ਵਿੱਚ ਆ ਉਹ ਡਿਕਰੀਜ਼ ਕਰਦੀ ਜਾਊਗੀ।
Yes, sir. ਹਿਮਲ Yes, ਜਿੱਦਾਂ sir. ਜਿੱਦਾਂ ਜਿੱਦਾਂ ਮੇਰਾ ਇਲੈਕਟ੍ਰੋਨ ਜਿਹੜਾ ਜਿੱਦਾਂ ਇਲੈਕਟ੍ਰੋਨ ਮੇਰਾ ਗਰਾਊਂਡ ਸਟੇਟ ਦੀ ਥਾਂ ਤੇ ਐਕਸਾਈਟਡ ਸਟੇਟ 'ਚ ਜਾ ਰਿਹਾ, ਮੇਰੀ ਵੈਲਿਊ ਲੈਸ ਨੈਗੇਟਿਵ ਹੁੰਦੀ ਜਾਏਗੀ, ਤੇ ਜਿੰਨੀ ਇਲੈਕਟ੍ਰੋਨ ਦੀ ਨੈਗੇਟਿਵ ਵੈਲਿਊ ਜ਼ਿਆਦਾ ਵਾ, ਇਸ ਮਤਲਬ ਉਨਾ ਹੀ ਇਲੈਕਟ੍ਰੋਨ ਨਿਊਕਲੀਅਸ ਦੇ ਨਾਲ ਟਾਈਟਲੀ ਬਾਉਂਡ ਆ, ਠੀਕ ਹੈ। ਤੇ ਜਿੰਨਾ ਟਾਈਟਲੀ ਬਾਉਂਡ ਆ ਉਨੀ ਉਹਦੀ ਉਹ ਸਟੇਬਿਲਿਟੀ ਆ, ਤੇ ਜੇ ਉਹ ਕਿਤੇ ਬਾਹਰਲੇ ਸ਼ੈਲ 'ਚ ਤੁਰਿਆ ਫਿਰਦਾ ਤੇ ਉਸ ਇਲੈਕਟ੍ਰੋਨ ਨੂੰ ਅਸੀਂ ਥੋੜੀ એનર્ਜੀ ਦੇ ਕੇ ਇਮੀਡੀਏਟਲੀ ਰਿਮੂਵ ਕਰ ਸਕਦੇ ਆ। ਇਹਦਾ ਮਤਲਬ ਜੇ ਮੈਂ ਦੋਨਾਂ ਸਟੇਟ ਦੇ ਵਿੱਚੋਂ ਇਲੈਕਟ੍ਰੋਨ ਕੱਢਣਾ ਹੋਵੇ ਤੇ ਮੈਨੂੰ ਆਹ ਵਾਲੀ ਸਟੇਟ 'ਚੋਂ ਇਲੈਕਟ੍ਰੋਨ ਕੱਢਣਾ ਔਖਾ ਹੋਏਗਾ, ਠੀਕ ਹੈ। ਇਹਨੂੰ ਮੈਨੂੰ +13.6 ਇਲੈਕਟ੍ਰੋਨ ਵੋਲਟ એનર્ਜੀ ਦੇਣੀ ਪੈਣੀ ਆ, ਫਿਰ ਇਹ ਇਲੈਕਟ੍ਰੋਨ ਗਰਾਊਂਡ ਸਟੇਟ 'ਚੋਂ ਬਾਹਰ ਨਿਕਲ ਸਕਦਾ। ਪਰ ਜੇ ਮੈਂ ਫਸਟ ਐਕਸਾਈਟਡ ਸਟੇਟ ਤੋਂ ਇਲੈਕਟ੍ਰੋਨ ਬਾਹਰ ਕੱਢਣਾ ਤੇ ਮੈਨੂੰ +3.4 ਇਲੈਕਟ੍ਰੋਨ ਵੋਲਟ ਦੇਣੀ ਪਈ। ਇਹਦਾ ਮਤਲਬ ਇਹ ਹੋ ਗਿਆ ਜਿੰਨੀ ਨੈਗੇਟਿਵ ਦੇ ਅੰਦਰ ਉਹਦੀ ਵੈਲਿਊ ਜ਼ਿਆਦਾ ਬਣ ਰਹੀ ਹੈ એનર્ਜੀ ਦੀ, ਉਨੀ ਹੀ ਉਹਦੀ ਸਟੇਬਿਲਿਟੀ ਜਿਹੜੀ ਆ ਉਸ ਗਿਵਨ ਆਰਬਿਟ ਦੇ ਅੰਦਰ ਜ਼ਿਆਦਾ ਹੋਏਗੀ। Yes, sir. ਬੇਟੇ ਆ ਚੀਜ਼ ਨਾ ਸਾਰਿਆਂ ਦੇ ਧਿਆਨ ਨਾਲ ਸਮਝਣ ਵਾਲੀ। ਕੀ ਗੱਲ ਸਮਝ ਆ ਰਹੀ ਜੋ ਦੱਸਦਾ ਪਿਆ? Yes, sir. Yes, sir. ਚਲ, ਇਹਦਾ ਮਤਲਬ ਇਹ ਹੋ ਗਿਆ ਜਿੰਨੀ ਤੁਹਾਡੇ ਕੋਲ ਐਸਐਚ ਸਿਸਟਮ ਦੇ ਅੰਦਰ ਅਸੀਂ ਕਹਿੰਦੇ ਪੋਟੈਂਸ਼ੀਅਲ એનર્ਜੀ ਮੋਰ ਨੈਗੇਟਿਵ ਹੁੰਦੀ ਜਾਏਗੀ, ਇਹਦਾ ਮਤਲਬ ਉਨੀ ਉਹਦੀ ਸਟੇਬਿਲਿਟੀ ਜਿਹੜੀ ਆ ਦੈਟ ਵਿਲ ਗੋਇੰਗ ਔਨ ਇਨਕਰੀਜ਼, ਠੀਕ ਹੈ। ਇਸ ਲਈ ਜਦੋਂ ਮੇਰੇ ਕੋਲ ਇਕੁਇਲਿਬਰੀਅਮ ਅਸੀਂ ਲੈ ਕੇ ਚੱਲਾਂਗੇ, ਸਟੇਬਲ ਇਕੁਇਲਿਬਰੀਅਮ ਆ, ਤੇ ਸਟੇਬਲ ਇਕੁਇਲਿਬਰੀਅਮ ਦੇ ਅੰਦਰ ਅਸੀਂ ਕੰਡੀਸ਼ਨ ਇਹ ਲੈ ਕੇ ਚੱਲਦੇ ਕਿ ਵੀ ਪੋਟੈਂਸ਼ੀਅਲ એનર્ਜੀ ਆਫ ਦਾ ਸਿਸਟਮ ਆਲਵੇਜ਼ ਟੂ ਬੀ એનર્ਜੀ ਆਫ ਮਿਨੀਮਮ ਵੈਲਿਊ, ठीक है। पोटेंशियल एनर्जी ਦੀ ਵੈਲਿਊ ਦੀ ਮਿਨੀਮਮ ਹੋਏਗੀ ਔਰ ਉਹ 네ਗੇਟਿਵ ਦੇ ਅੰਦਰ ਕਿੰਨਾ ਜੀ ਵੈਲਿਊ ਦੇ ਰਿਹਾ। ਔਰ ਜੇ ਮੇਰੇ ਕੋਲ ਇਹਦੀ ਗੱਲ ਹਜੇ ਅੱਗੇ ਦੁਬਾਰਾ ਜੋੜਨੀ ਹੈ ਮੈਂ, ਠੀਕ ਹੈ, ਪਹਿਲਾਂ ਸਮਝੀ ਚੱਲਿਓ ਫਿਰ ਐਗਜ਼ਾਮਪਲ ਨਾਲ ਜਸਟੀਫਾਈ ਕਰਾਂਗੇ। ਜੇ ਸੈਕਿੰਡ ਲੈ ਕੇ ਚੱਲੀਏ ਕਿ ਵੀ ਇਕੁਇਲਿਬਰੀਅਮ ਅਨਸਟੇਬਲ ਆ, ਤੇ ਬੇਟੇ ਅਨਸਟੇਬਲ ਇਕੁਇਲਿਬਰੀਅਮ ਦੇ ਵਿੱਚ ਵੀ ਨੈਟ ਫੋਰਸ ਤਾਂ ਜ਼ੀਰੋ ਹੈਗੀ ਆ ਕਿਉਂਕਿ ਇਕੁਇਲਿਬਰੀਅਮ ਹੈਗਾ ਵਾ। ਪਰ ਅਨਸਟੇਬਲ ਇਕੁਇਲਿਬਰੀਅਮ ਦੇ ਅੰਦਰ ਪੋਟੈਂशियल એનર્ਜੀ ਦੀ ਵੈਲਿਊ ਮੇਰੀ ਪੋਜ਼ਿਟਿਵ ਹੋਏਗੀ, यानी potential energy become to be maximum, or once you will disturb the body from its equilibrium position, body continuously moving in the same direction, ठीक है। body मेरी as such ਜਿਹੜੀ ਆ ਇੱਕ ਵਾਰੀ ਮੈਂ ਉਹਨੂੰ ਉਹਦੀ equilibrium state ਤੋਂ disturb ਕਰ ਦਵਾਂ, ठीक है, ਤੇ body continuously same direction ਦੇ ਅੰਦਰ ਹੀ move ਕਰਦੀ ਚਲੇ ਜਾਂਦੀ ਹੈ। ਜਦ ਕਿ ਜੇ stable equilibrium ਹੋਏਗਾ ਤੇ stable equilibrium ਦੀ ਇਹ condition ਆ, once you disturb the body a little bit from its equilibrium position, body always have the tendency to return back to its equilibrium position। ਜਿੱਦਾਂ ਪੈਂਡੂਲਮ ਆ, ਪੈਂਡੂਲਮ ਆਪਣੇ ਆਪ ਦੇ ਅੰਦਰ ਆਪਣੀ ਮੇਨ ਪੋਜੀਸ਼ਨ ਤੇ ਰੈਸਟ ਦੀ ਸਟੇਟ 'ਚ ਆ। once you disturb the pendulum from its position, ਤੁਸੀਂ ਹਲਕਾ ਜਿਹਾ ਇਹਨੂੰ ਇਹਦੀ ਪੋਜੀਸ਼ਨ ਤੋਂ ਡਿਸਪਲੇਸ ਕਰੋ, ਰਿਲੀਜ਼ ਕਰ ਦਿਓ, it again return to ਕਹਿੰਦਾ ਜੀ towards the mean position। ਇਹਦਾ ਮਤਲਬ ਆ ਉਹ ਫਾਈਨਲੀ ਆਪਣੇ ਆਪ ਨੂੰ ਮੀਨ ਪੋਜੀਸ਼ਨ 'ਚ ਲੈ ਕੇ ਆ ਰਿਹਾ ਕਿਉਂਕਿ ਉਹ ਉਹਦੀ ਇਕੁਇਲਿਬਰੀਅਮ ਸਟੇਟ ਸਭ ਤੋਂ ਸਟੇਬਲ ਸਟੇਟ ਆ। ਇਹਦਾ ਮਤਲਬ ਜੇਕਰ ਮੈਂ ਇੱਕ ਕੁਰਸੀ ਤੇ ਬੈਠਾ ਤੇ ਮੈਂ ਕੁਰਸੀ ਨੂੰ ਇੱਕ ਸਾਈਡ ਤੋਂ ਇਦਾਂ ਥੋੜਾ ਜਿਹਾ ਉੱਪਰ ਚੁੱਕਾਂ, ਠੀਕ ਹੈ, ਤੇ ਜੇ ਮੈਂ ਉਹਨੂੰ ਫੋਰਸ ਨੂੰ ਰਿਲੀਜ਼ ਕੀਤਾ ਤੇ ਮੇਰੀ ਬਾਡੀ ਵਾਪਸ ਜਿਹੜੀ ਫੇਰ ਦੁਬਾਰਾ ਆਪਣੀ ਸੇਮ ਸਟੇਟ ਨੂੰ ਅਚੀਵ ਕਰੇ, ਠੀਕ ਹੈ। ਬਾਡੀ ਨੂੰ ਤੁਸੀਂ ਉਹਨੂੰ ਉਹਦੀ ਇਕੁਇਲਿਬਰੀਅਮ ਪੋਜੀਸ਼ਨ ਤੋਂ ਚੁੱਕਿਆ, ਆ ਮੈਂ ਜਿਹੜੇ ਟੇਬਲ ਮੇਰੇ ਕੋਲ ਪਿਆ ਜੇ ਮੈਂ ਹਲਕਾ ਜਿਹਾ ਇਦਾਂ ਚੁੱਕਾਂ, ਠੀਕ ਹੈ, ਇਹਨੂੰ ਛੱਡਦਾ, it again return back to the equilibrium position, then equilibrium should be called as the stable equilibrium। और stable equilibrium ਦੇ ਅੰਦਰ ਜਿਹੜਾ center of mass ਹੋਏਗਾ, it always to be displaced from its position in upward direction। ਇਹ ਜਨਰਲ ਕੰਡੀਸ਼ਨ ਆ ਉਹਦੀ ਕਿ ਜੇ center of mass ਨੂੰ ਅਸੀਂ ਨਾਲ ਜੋੜ ਕੇ ਚੱਲੀਏ, what happened to the center of mass of the given body, ਠੀਕ ਹੈ ਜੀ। if equilibrium to be a stable, unstable ਜਾਂ neutral, ਅਸੀਂ ਕਹਿੰਦੇ ਸਟੇਬਲ ਇਕੁਇਲਿਬਰੀਅਮ ਦੇ ਅੰਦਰ ਸੈਂਟਰ ਆਫ ਮਾਸ ਹਮੇਸ਼ਾ ਆਪਣੀ ਪੋਜੀਸ਼ਨ ਤੋਂ ਅਪਵਰਡ ਲਿਫਟ ਕਰਦਾ। ਅਨਸਟੇਬਲ ਇਕੁਇਲਿਬਰੀਅਮ ਹੋਏਗਾ ਤੇ ਤੁਸੀਂ ਇੱਕ ਵਾਰੀ ਬਾਡੀ ਨੂੰ ਉਹਦੀ ਪੋਜੀਸ਼ਨ ਤੋਂ ਡਿਸਪਲੇਸ ਕੀਤਾ, ਬਾਡੀ ਨੈਵਰ ਰਿਟਰਨ ਟੁਵਰਡਸ ਦਾ ਮੀਨ ਪੋਜੀਸ਼ਨ, ਇਟ ਕੰਟੀਨਿਊਸਲੀ ਕਹਿੰਦਾ ਜੀ ਫੋਲੋ ਦਾ ਸੇਮ ਪਾਥ। ਆ ਮੈਂ ਕੁਰਸੀ ਤੇ ਬੈਠਾ ਹਾਂ, ਮੈਂ ਇਹਨੂੰ ਥੋੜਾ ਜਿਹਾ ਟੇਢਾ ਕਰਾਂ, ਠੀਕ ਹੈ, ਤੇ ਉਸ ਤੋਂ ਬਾਅਦ ਮੈਂ ਦੇਖਾਂ ਜੀ ਇਸੇ ਪਾਸੇ ਨੂੰ ਮੈਂ ਡਿੱਗਦਾ ਚਲਾ ਗਿਆ, ਇਹ ਮਤਲਬ ਬਾਡੀ ਆਪਣੀ ਓਰੀਜਨਲ ਪੋਜੀਸ਼ਨ ਵੱਲ ਰਿਟਰਨ ਬੈਕ ਨਹੀਂ ਕਰ ਰਹੀ, ਤੇ then we said the equilibrium is to be unstable। ਪਰ ਜੇਕਰ ਮੇਰੇ ਕੋਲ as such third equilibrium ਲਵਾਂ which is to be called as a neutral equilibrium, which is to be called as a neutral equilibrium, ਤੇ in neutral equilibrium net force ਤੇ ਹੁਣ ਵੀ ਜ਼ੀਰੋ ਹੀ ਹੋਏਗੀ, ਪਰ ਜਿਹੜੀ ਸਿਸਟਮ ਦੀ ਪੋਟੈਂਸ਼ੀਅਲ એનર્ਜੀ ਆ, ਠੀਕ ਹੈ ਜੀ, ਉਹ ਮੈਕਸਿਮਮ ਜਾਂ ਮਿਨੀਮਮ ਵੈਲਿਊ ਦੀ ਨਹੀਂ ਹੋਏਗੀ, ਬਟ ਜਿਹੜੀ ਉਹਦੀ ਵੈਲਿਊ ਹੋਏਗੀ that remain to be constant unchanged ਵੈਲਿਊ ਹੋਏਗੀ।
ठीक है ਉਹਦੀ पोटेंशियल एनर्जी ਦੀ ਵੈਲਿਊ ਜਿਹੜੀ ਆ ਉਹ ਐਸ ਸੱਚ ਬਾਡੀ ਦੀ ਡਿਸਪਲੇਸਮੈਂਟ ਦੇ ਨਾਲ ਚੇਂਜ ਨਹੀਂ ਹੋਏਗੀ ਤੇ ਜੇ ਉਹਦੀ पोटेंशियल एनर्जी ਦੇ ਅੰਦਰ ਕੋਈ ਚੇਂਜ ਨਹੀਂ ਆ ਰਹੀ ठीक है तो ਅਸੀਂ ਕਹਿੰਦੇ ਜੀ ਉਹ ਮੇਰੇ ਕੋਲ ਐਸ ਸੱਚ ਨਿਊਟਰਲ ਇਕੁਇਲਿਬ੍ਰੀਅਮ ਆ ਤੇ ਜੇ ਮੇਰੇ ਸਿਸਟਮ ਦੀ पोटेंशियल एनर्जी ठीक है 네ਗੇਟਿਵ ਚ ਬਣੀ ਰਵੇ ਤਾਂ ਅਸੀਂ ਕਹਿੰਦੇ ਜੀ ਇਕੁਇਲਿਬ੍ਰੀਅਮ ਸਟੇਬਲ ਆ ਤੇ ਜੇ ਉਹਦੀ पोटेंशियल एनर्जी ਪੋਜ਼ਿਟਿਵ ਆ ਤੇ ਇਕੁਇਲਿਬ੍ਰੀਅਮ ਅਨਸਟੇਬਲ ਆ ठीक है ਤੇ ਸੈਂਟਰ ਆਫ ਮਾਸ ਦੀ ਕੰਡੀਸ਼ਨ ਇਹ ਹੋਏਗੀ ਕਿ ਜੇਕਰ ਮੇਰੀ ਬਾਡੀ ਸਟੇਬਲ ਇਕੁਇਲਿਬ੍ਰੀਅਮ ਚ on disturbing the body center of mass always the shift in the higher side ठीक है जे मेरे को अनस्टेबल है तो center of mass always shift towards the lower side ठीक है तो जे न्यूट्रल इक्विलिब्रियम है तो center of mass never change its position on displacing the body ਹੁਣ ਇਹੀ ਸਾਰੀ ਚੀਜ਼ਾਂ ਨੂੰ ਦੱਸਣ ਲਈ ਕੋਈ ਹੋਰ ਐਗਜ਼ਾਮਪਲ ਕੋਡ ਕਰਨ ਲੱਗਿਆ ठीक है लेट मी से कि भी मेरे को एज सच आई को कोई पाथ आ गया मान लो इस बिना मेरे को कोई एक पाथ आ गया एक बॉल मेरी मान लो इथे पई है ए बॉल एक बॉल मेरी आ इथे पई है बी बॉल ते थर्ड बॉल मेरी इथे पई है सी बॉल हुन जे मैं ए वाली पोजीशन वाली बॉल दी गल करा वंस यू डिस्प्लेस द बॉल फ्रॉम इट्स पोजीशन आ ਇਹਦੀ ਇਕੁਇਲਿਬ੍ਰੀਅਮ ਪੋਜੀਸ਼ਨ ਜੇ ਹੈਗੀ ਆ ਤੇ ਜੇ ਮੈਂ ਹਲਕਾ ਜਿਹਾ ਵੀ ਇਹਦੀ ਪੋਜੀਸ਼ਨ ਤੋਂ ਡਿਸਪਲੇਸ ਕਰਾਂ ਬੇਟਾ ਤੇ ਬਾਲ ਅਗੇਨ ਰਿਟਰਨ ਬੈਕ ਟੂ ਦਾ ਕਹਿੰਦਾ ओरिजिनल ਪੋਜੀਸ਼ਨ ਹੈ ਨਾ ਬਾਲ ਆਪਣੀ ਥਾਂ ਤੋਂ ਡਿਸਪਲੇਸ ਹੋਏਗੀ ਬਟ ਅਗੇਨ ਰਿਟਰਨ ਬੈਕ ਟੂ ਦਾ ओरिजिनल ਤੇ ਅਸੀਂ ਕਹਿੰਦੇ ਜੀ ਐਸ ਸੱਚ ਇਹ ਆਪਣੀ ਪੋਟੈਂਸ਼ੀਅਲ એનર્ਜੀ ਦੀ ਮਿਨੀਮਮ ਵੈਲਿਊ ਨੂੰ ਮੇਨਟੇਨ ਕਰਨਾ ਚਾਹੇਗੀ ਇਹ ਆਪਣੀ ਪੋਟੈਂਸ਼ੀਅਲ એનર્ਜੀ ਦੀ ਵੈਲਿਊ ਨੂੰ ਇਨਕਰੀਜ਼ ਨਹੀਂ ਕਰਨਾ ਚਾਹੇਗੀ ਠੀਕ ਹੈ ਔਰ ਜਿਹੜੀ ਬਾਲ ਮੇਰੇ ਕੋਲ ਇਸ ਪੋਜੀਸ਼ਨ ਤੇ ਪਈ ਹੈ ਵਨਸ ਯੂ ਡਿਸਪਲੇਸ ਦਿਸ ਬਾਲ ਵਨਸ ਯੂ ਡਿਸਟਰਬ ਦਿਸ ਬਾਲ it continuously falling in the same direction ਇਹ ਉਸੇ ਡਾਇਰੈਕਸ਼ਨ ਚ ਫਾਲ ਕਰਦੀ ਚਲੇ ਜਾ ਰਹੀ ਯਾਨੀ ਇਹਦੀ ਪੋਟੈਂਸ਼ੀਅਲ એનર્ਜੀ ਅੱਗੇ ਨਾਲੋਂ ਚੇਂਜ ਹੋਣੀ ਸ਼ੁਰੂ ਹੋ ਜਾ ਰਹੀ ਠੀਕ ਹੈ ਤਾਂ ਅਸੀਂ ਕਹਿੰਦੇ ਜੀ ਇਹ ਉਹਦੀ ਬਾਡੀ ਦੀ ਜਾਂ ਉਸ ਬਾਲ ਦੀ ਅਨਸਟੇਬਲ ਇਕੁਇਲਿਬ੍ਰੀਅਮ ਦੀ ਕੰਡੀਸ਼ਨ ਤੇ ਜੇ ਬਾਲ ਮੇਰੀ ਆ ਸੀ ਪੁਆਇੰਟ ਤੇ ਹੌਰੀਜ਼ੌਂਟਲ ਲੈਵਲ ਤੇ ਪਈ ਆ on disturbing the ball it continuously moving but without any change in ਕਹਿੰਦਾ ਜੀ potential energy of the system ਇਹਦੀ ਬਾਲ ਦੀ ਡਿਸਪਲੇਸਮੈਂਟ ਦੇ ਨਾਲ ਇਹਦੀ ਪੋਟੈਂਸ਼ੀਅਲ એનર્ਜੀ 'ਚ ਕੋਈ ਚੇਂਜ ਨਹੀਂ ਆ ਤੇ ਜੇ ਇਹਦੀ ਪੋਟੈਂਸ਼ੀਅਲ એનર્ਜੀ ਦੀ ਚੇਂਜ ਐਸ ਸੱਚ ਜ਼ੀਰੋ ਆ ਅਸੀਂ ਕਹਿੰਦੇ ਜੀ ਇਹ ਨਿਊਟਰਲ ਇਕੁਇਲਿਬ੍ਰੀਅਮ ਆ ਤੇ ਜੇ ਇਸ ਸਿਸਟਮ ਦੇ ਅੰਦਰ ਬਾਲ ਇੱਕ ਵਾਰੀ ਉਹਦੀ ਪੋਜੀਸ਼ਨ ਤੋਂ ਡਿਸਟਰਬ ਕੀਤੀ ਔਰ ਕੰਟੀਨਿਊਸਲੀ ਉਹ ਆਪਣੇ ਆਪ ਨੂੰ ਉਸ ਮੂਵਮੈਂਟ ਦੇ ਉੱਤੇ ਉਸੇ ਪੋਟੈਂਸ਼ੀਅਲ એનર્ਜੀ ਤੋਂ ਸਟੇਟ ਤੋਂ ਕੱਢ ਕੇ ਠੀਕ ਹੈ ਸੇਮ ਆਪਣੇ ਪਾਥ ਨੂੰ ਫੋਲੋ ਅਪ ਕਰਦੀ ਚਲੇ ਜਾਵੇ ਔਰ ਵਾਪਸ ਆਪਣੀ ओरिजिनल ਪੋਜੀਸ਼ਨ ਵੱਲ ਨਾ ਆ ਪਾਵੇ ਤੇ ਦੈਨ ਇਕੁਇਲਿਬ੍ਰੀਅਮ ਇਜ਼ ਟੂ ਬੀ ਅਨਸਟੇਬਲ और इथे जे बॉडी नु एक बारी ओदी पोजीशन तो डिस्प्लेस कीता ते बॉडी अगेन रिटर्न बैक टू इट्स ओरिजिनल पोजीशन तो देन इक्विलिब्रियम इज टू बी कॉल्ड एज अ स्टेबल इक्विलिब्रियम ठीक है सो तीन टाइप दे इक्विलिब्रियम अपने को रहणगे एक स्टेबल इक्विलिब्रियम एक अनस्टेबल इक्विलिब्रियम एंड थर्ड वन इज द न्यूट्रल इक्विलिब्रियम पर तिन्ने दे तिन्ने इक्विलिब्रियम दीस आर द पार्ट ऑफ ट्रांसलेशनल इक्विलिब्रियम यानी आ सारे दा सारा जो ਆਪਾਂ ਕਰਦੇ ਪਏ ਇਹ ट्रांसलेशनल इक्विलिब्रियम ਦੇ ਅੰਡਰ कवर ਹੋਏਗਾ क्या ये सारी चीजां क्लियर आ Yes, sir. Yes, sir. Yes, sir. ओके जी डन इस तो बाद अपने को ਜਿਹੜਾ ਆ ਜਾਣਾ ठीक है जी सेकंड इक्विलिब्रियम which is to be called as a rotational equilibrium ਇਹ ਕਹਿੰਦਾ ਪੁੱਤ rotational equilibrium ਕਿਹਨੂੰ ਲੈ ਕੇ ਚੱਲਣਾ ਤੇ ਜਿਹੜੀ ਐਸ ਸੱਚ ਟ੍ਰਾਂਸਲੇਸ਼ਨਲ ਇਕੁਇਲਿਬ੍ਰੀਅਮ ਦੀ ਡੈਫੀਨੇਸ਼ਨ ਆ ਉਹੀ ਸਾਰੇ ਵਰਡ ਨੇ ਪਰ ਉਹਨੂੰ ਸਿਰਫ ਰੋਟੇਸ਼ਨਲ ਫਾਰਮ ਚ ਡਿਫਾਈਨ ਕਰੋ ਜਿਵੇਂ ਆਪਾਂ ਡਿਫਾਈਨ ਕੀਤਾ ਬਾਡੀ ਕੰਟੀਨਿਊ ਟੂ ਬੀ ਰਿਮੇਨ ਇਨ ਦਾ ਸਟੇਟ ਆਫ ਰੈਸਟ ਔਰ ਇਨ ਦਾ ਸਟੇਟ ਆਫ ਯੂਨੀਫਾਰਮ ਮੋਸ਼ਨ ਅਨਲੈਸ ਐਂਡ ਅੰਟਿਲ ਐਕਸਟਰਨਲ ਕਹਿੰਦਾ ਜੀ ਫੋਰਸ ਵਿਲ ਅਪਲਾਈਡ ਹੈ ਨਾ ਇਹ ਤਾਂ ਆਪਣੀ ਜਨਰਲ ਕੰਡੀਸ਼ਨ ਸੀ ਇਹੀ ਸੇਮ ਕੰਡੀਸ਼ਨ ਆਪਾਂ ਜੇ ਐਸ ਸੱਚ ਦੁਬਾਰਾ ਡਿਫਾਈਨ ਕਰਦੇ ਸੀ ਕਹਿੰਦੇ ਜੀ ਬਾਡੀ ਰੈਸਟ ਦੀ ਸਟੇਟ ਚ या बॉडी मेरे को जेडी यूनिफॉर्म मोशन च मूव कर दी जे बॉडी दे उत्ते उस मूवमेंट ते नेट फोर्स सिस्टम दी जीरो आ ते बॉडी अपनी इक्विलिब्रियम दी कंडीशन नु मेंटेन कर दी आ ते जे यही कंडीशन ਅਸੀਂ रोटेशन च डिफाइन करनी होए तो ਅਸੀਂ कहना जी a body remain to be in the state of rest or in the state of uniform rotational motion ठीक है unless कहना जी ਜਦੋਂ तक मेरे को केड़ी कंडीशन आ जस्टिफाई कर कि बॉडी दे अंदर ਜਿਹੜਾ ਉਹਦਾ ਨੈਟ ਟਾਰਕ ਆ ਜਿੱਤੇ ਨੈਟ ਫੋਰਸ ਸੀਗੀ ਹੁਣ ਮੇਰੇ ਕੋਲ ਉੱਤੇ ਨੈਟ ਟਾਰਕ ਇਨਵੋਲਡ ਹੋਏਗਾ ਯਾਨੀ ਬॉडी ਦੇ ਉੱਤੇ ਇੰਡੀਵਿਜੂਅਲ ਟਾਰਕ ਐਕਟ ਕਰੇਗਾ ਜਦੋਂ ਇਸ ਵੇਲੇ ਆਪਾਂ ਡਿਫਾਈਨ ਕੀਤਾ ਕਿ ਤੁਹਾਡੀ ਗਿਵਨ ਜਿਹੜੀ ਬॉडी ਹੈਗੀ ਆ ਇਹਦੇ ਤੇ ਇੰਡੀਵਿਜੂਅਲ ਫੋਰਸਸ ਐਕਟ ਕਰਨਗੀਆਂ
पर सिस्टम दी जे नेट फोर्स 0 आ ते वी सेड बॉडी मेरे को जिहड़ी आ वो ट्रांसलेशनल इक्विलिब्रियम मेंटेन करदी है। इन द सिमिलर वे बॉडी मेरे को जिहड़ी भी गिवन आ ओदे ते इंडिविजुअल टॉर्क एक्ट करेगा, पर जे बॉडी दा नेट टॉर्क जिहड़ा वा, ठीक है, सिस्टम दे अंदर जिहड़ा नेट एक्सटर्नल टॉर्क आ जे उस सिस्टम दा 0 आ ते वी मस्ट से बॉडी इज इन रोटेशनल इक्विलिब्रियम। क्या आ गल समझ आई? Yes, sir. Yes. जेडी Yes, sir. कंडीशन बोलदा पिया, क्या कंडीशन समझ लग रही आ? Yes, sir. Yes, sir. चल ਹੁਣ ਇਸੇ ਗੱਲ ਨੂੰ ਲੈ ਕੇ ਕੰਟੀਨਿਊ ਕਰ ਰਿਹਾ। ਉਹ ਕਹਿੰਦਾ ਪੁੱਤ ਇਹਦਾ ਮਤਲਬ ਇਹ ਹੋ ਗਿਆ ਕਿ ਸਿਸਟਮ ਦਾ ਨੈਟ ਟਾਰਕ ਜਿਹੜਾ ਵਾ, ਠੀਕ ਹੈ, that come out to be 0, ਠੀਕ ਹੈ, ਤਾਂ then we must say ਕਿ ਵੀ ਬੋਡੀ ਤੁਹਾਡੀ ਜਿਹੜੀ ਹੈ ਉਹ ਐਸਐਚ ਆਪਣਾ ਰੋਟੇਸ਼ਨਲ ਇਕੁਇਲਿਬ੍ਰੀਅਮ ਮੇਨਟੇਨ ਕਰਦੀ ਆ। ਹੁਣ ਬੇਟੇ ਜਦੋਂ ਅਸੀਂ ਐਸਐਚ ਇਸ ਟਾਰਕ ਦੀ ਗੱਲ ਕਰੀਏ ਤੈਨੂੰ ਕਿਸੇ ਐਗਜ਼ਾਮਪਲ ਨਾਲ ਜਸਟੀਫਾਈ ਕਰਦੇ ਆ। ਬਈ ਇੱਕ ਸਿੰਪਲ ਐਗਜ਼ਾਮਪਲ ਲੈਨੇ ਸੀਸਾ ਵਾਲੀ। ਤੁਸੀਂ ਪਾਰਕ ਦੇ ਵਿੱਚ ਜਾਂਦੇ ਹੋ ਤੇ ਕਹਿੰਦਾ ਜੀ ਉੱਤੇ ਸੀਸਾ ਜਿਹੜਾ ਲੱਗਿਆ ਹੋਇਆ ਹੈ ਨਾ, ਉਹਦੀ ਐਗਜ਼ਾਮਪਲ ਜਸਟੀਫਾਈ ਕਰੀਏ तो ਤੁਸੀਂ ਕਹਿੰਦੇ ਜੀ ਆ ਮੰਨ ਲਓ ਮੇਰੇ ਕੋਲ ਇੱਕ ਐਸਐਚ ਕਹਿੰਦਾ ਮੇਰੀ ਰੋਡ ਆ ਗਈ, ਠੀਕ ਹੈ ਜੀ, ਇਹਨੂੰ ਇਹਦੇ ਅਸੀਂ ਫਲਕਰਮ ਦੇ ਉੱਤੇ ਕਿਤੇ ਨਾ ਕਿਤੇ ਬੈਲੈਂਸ ਕੀਤਾ ਹੋਇਆ, ਇਹ ਕਿਸੇ ਵੀ ਪੋਜੀਸ਼ਨ ਤੇ ਹੋਏਗਾ ਤੇ ਇਹਦੇ ਆ ਦੋ ਐਜ ਜਿਹੜੇ ਨੇ, ਆ ਦੋਨਾਂ ਐਜਿਸ ਦੇ ਉੱਤੇ ਮੰਨ ਲਓ ਅਸੀਂ ਕਹਿੰਦੇ ਜੀ ਫੋਰਸਸ ਲਾਈ ਕਰਦੀਆਂ। ਜਿਹੜਾ ਬੱਚਾ ਇੱਥੇ ਬੈਠਾ ਉਹਦਾ weight ਉਹ ਵੀ ਡਾਊਨਵਰਡ ਲਾਈ ਕਰਦਾ ਪਿਆ, ਜਿਹੜਾ ਬੱਚਾ ਇੱਥੇ ਬੈਠਾ ਉਹਦਾ weight ਉਹ ਵੀ ਡਾਊਨਵਰਡ ਲਾਈ ਕਰਦਾ ਪਿਆ, ਠੀਕ ਹੈ। ਇਹਨੇ ਐਸਐਚ ਜਦੋਂ ਇੱਕ ਪਾਸੇ ਨੇ, ਯਾਨੀ ਜੇ ਇਹਨੇ ਐਸਐਚ ਇਧਰੋਂ ਥੱਲੇ ਨੂੰ ਹੋਣ ਦੀ ਕਰਨੀ, ਇਹਨੇ ਐਸਐਚ ਮੁੜ ਕੇ ਥੱਲੇ ਹੁੰਦੀ, ਇਧਰੋਂ ਜੇ ਮੈਂ ਦੇਖਾਂ ਤਾਂ ਜਦੋਂ ਇਹਨੇ ਡਾਊਨ ਜਾਣਾ ਤੇ ਇਹਨੇ ਐਂਟੀ ਕਲੌਕਵਾਈਜ਼ ਇਹਨੂੰ ਰੋਟੇਟ ਕਰਨ ਦੀ ਕੋਸ਼ਿਸ਼ ਕਰਨੀ, ਤੇ ਇਹਨੇ ਜਦੋਂ ਐਸਐਚ ਡਾਊਨ ਜਾਣਾ ਇਹਨੇ ਇਹਨੂੰ ਕਲੌਕਵਾਈਜ਼ ਰੋਟੇਟ ਕਰਨ ਦੀ ਕੋਸ਼ਿਸ਼ ਕਰਨੀ। ਇਹਦਾ ਮਤਲਬ ਇਹ ਹੋ ਗਿਆ ਇਹਨੇ ਐਸਐਚ ਬੋਡੀ ਦੇ ਅੰਦਰ ਜਿਹੜੀ ਰੋਟੇਸ਼ਨ ਦੇਣੀ ਆ ਇਹ ਮੇਰੇ ਕੋਲ ਐਂਟੀ ਕਲੌਕਵਾਈਜ਼ ਦੇ ਰਿਹਾ, ਜਦਕਿ ਇਹ ਮੇਰੇ ਕੋਲ ਬੋਡੀ ਨੂੰ ਰੋਟੇਸ਼ਨ ਜਿਹੜੀ ਉਹ ਕਲੌਕਵਾਈਜ਼ ਦੇ ਰਿਹਾ। ਇਹਦਾ ਐਸਐਚ ਇਸ ਐਜ ਤੋਂ ਜਿਹੜਾ ਡਿਸਟੈਂਸ ਆ ਇਹ ਮੰਨ ਲਓ d1 ਆ ਗਿਆ, ਤੇ ਇਹਦਾ ਇਸ ਐਜ ਤੋਂ ਜਿਹੜਾ ਡਿਸਟੈਂਸ ਆ ਇਹ ਮੇਰੇ ਕੋਲ ਐਸਐਚ d2 ਆ ਗਿਆ। ਤੇ ਇਸ ਇਨਸਟੈਂਟ ਤੇ ਅਸੀਂ ਫਿਰ ਇਹ ਕਹਿੰਨੇ ਪਏ ਬੋਡੀ ਤੇ ਦੋ ਟਾਰਕ ਲਾਈ ਕਰਦੇ ਆ, ਬੋਡੀ ਤੇ ਕਪਲ ਆਫ ਫੋਰਸ ਲਾਈ ਕਰਦੀ, ਅਸੀਂ ਕਪਲ ਕੱਲਾ ਵਰਡ ਕਹਿ ਦਿੰਦੇ ਆ, ਬੋਡੀ ਤੇ ਕਪਲ ਲਾਈ ਕਰਦਾ। ਇਹਦਾ ਮਤਲਬ ਜਿਹੜੇ ਇਸ ਮੂਵਮੈਂਟ ਤੇ ਕਪਲ ਆਫ ਫੋਰਸਸ ਨੇ, ਠੀਕ ਹੈ, ਇਹਨਾਂ ਦੋਨਾਂ ਨੇ ਬੋਡੀ ਦੇ ਉੱਤੇ ਆਪਣੇ ਇੰਡੀਵਿਜੂਅਲ ਟਾਰਕ ਬਿਲਡ ਅਪ ਕੀਤੇ ਆ, ਠੀਕ ਹੈ। ਫਸਟ ਬੋਡੀ ਦਾ ਜੇ ਮੈਂ ਐਸਐਚ ਫਸਟ ਫੋਰਸ ਦਾ ਟਾਰਕ ਲਿਖਾਂ ਤੇ ਹੇਅਰ ਜਿਹੜਾ ਮੇਰੇ ਕੋਲ τ1 ਹੋਏਗਾ that can be written equal to f1 into d1। ਆਪਾਂ ਟਾਰਕ ਦਾ ਫਾਰਮੂਲਾ ਫੋਰਸ into perpendicular distance from axis of rotation ਲੈਨੇ ਆ, ਤੇ ਮੇਰੀ ਬੋਡੀ ਜਦੋਂ ਐਸਐਚ ਇਥੋਂ ਇਸ ਵੇ ਨਾਲ ਵਾਈਬ੍ਰੇਟ ਕਰਨੀ ਆ, ਔਸੀਲੇਟ ਕਰਨੀ ਆ, ਹਨਾ, ਤੇ ਆ ਸੈਂਟਰਲ ਐਕਸਿਸ ਹੋਏਗਾ, ਇਹਦੇ ਅਬਾਊਟ ਮੇਰੀ ਬੋਡੀ ਨੇ ਇਹਦੇ ਅਬਾਊਟ ਰੋਟੇਟ ਕਰਨਾ ਵਾ। ਗੱਲ ਸਮਝ ਆ ਰਹੀ? Yes, sir. Yes. Yes, Yes, sir. ਤੇ ਜਿਹੜਾ ਐਸਐਚ ਫਿਰ f1 ਫੋਰਸ ਨੇ ਇਸ ਐਕਸਿਸ ਦੇ ਅਬਾਊਟ, ਇਸ ਫਲਕਰਮ ਦੇ ਅਬਾਊਟ ਆਪਣੇ ਆਪ ਦਾ ਕਹਿੰਦਾ ਜੀ ਜਿਹੜਾ ਟਰਨਿੰਗ ਇਫੈਕਟ ਬਣਾਇਆ ਉਹਦੀ ਵੈਲਿਊ ਮੇਰੇ ਕੋਲ f1 into d1 ਆ ਜਾਊ। ਤੇ ਦੂਜੇ ਪਾਸੇ ਜਿਹੜੀ f2 ਫੋਰਸ ਹੈਗੀ ਆ, ਜੇ ਇਹਦਾ ਟਰਨਿੰਗ ਇਫੈਕਟ ਕੱਢੀਏ ਤੇ ਇਹ f2 into d2 ਆ ਜਾਊ, ਠੀਕ ਹੈ। ਪਰ ਇਹਦਾ ਜਿਹੜਾ ਟਰਨਿੰਗ ਇਫੈਕਟ ਆ ਉਹ ਐਂਟੀ ਕਲੌਕਵਾਈਜ਼ ਆ, ਤੇ ਦੂਜੇ ਦਾ ਜਿਹੜਾ ਟਰਨਿੰਗ ਇਫੈਕਟ ਆ ਉਹ ਕਲੌਕਵਾਈਜ਼ ਆ। ਇਟ ਮੀਨਸ ਆਈਦਰ ਆਫ ਦਾ ਟੂ, one is taken to be positive, other is taken to be negative, है ना। और जे ਅਸੀਂ ਨਾਰਮਲ ਕਨਵੈਨਸ਼ਨ ਲਈਏ ਤਾਂ ਅਸੀਂ ਐਂਟੀ ਕਲੌਕਵਾਈਜ਼ ਟਾਰਕ ਨੂੰ ਪੋਜ਼ਿਟਿਵ ਤੇ ਕਲੌਕਵਾਈਜ਼ ਟਾਰਕ ਨੂੰ ਨੈਗੇਟਿਵ ਲੈਣੇ। ਰਿਵਰਸ ਲਿਖਦੇ ਹੋ ਕੋਈ ਗਲਤੀ ਨਹੀਂ, ਸਟੈਂਡਰਡ ਕਨਵੈਨਸ਼ਨ ਇਹ ਹੋਏਗੀ ਕਿ ਐਂਟੀ ਕਲੌਕਵਾਈਜ਼ ਟਾਰਕ ਜਿਹੜਾ ਪੋਜ਼ਿਟਿਵ ਆ ਗਿਆ ਔਰ ਆ ਟਾਰਕ ਮੇਰੇ ਕੋਲ ਨੈਗੇਟਿਵ, ਤੇ ਇਹਨਾਂ ਦੋਨਾਂ ਟਾਰਕ ਦੇ ਅੰਡਰ ਤੁਹਾਡੀ ਬੋਡੀ ਜਿਹੜੀ ਨਾ ਉਹ ਰੋਟੇਸ਼ਨ ਨਹੀਂ ਲੈ ਪਾਏਗੀ, ਠੀਕ ਹੈ। ਇਹਨੇ ਜਦੋਂ ਥੱਲੇ ਨੂੰ ਕਰਨ ਦੀ ਕਰਨੀ ਆ, ਇਹਨੇ ਇਦਾਂ ਇਹਨੂੰ ਇਧਰੋਂ ਥੱਲੇ ਕਰਨਾ ਵਾ, ਅਲਟੀਮੇਟਲੀ ਇੱਕ ਨੇ ਐਂਟੀ ਇੱਕ ਨੇ ਕਲੌਕ, ਇਹ ਮਤਲਬ ਬੋਡੀ ਤੁਹਾਡੀ ਰੋਟੇਟ ਨਹੀਂ ਕਰ ਪਾ ਰਹੀ। ਇਸ ਮੂਵਮੈਂਟ ਤੇ ਅਸੀਂ ਫਿਰ ਇਹ ਕਹਿ ਸਕਦੇ ਬੋਡੀ ਤੁਹਾਡੀ ਜਿਹੜੀ ਇਸ ਵੇਲੇ ਆ ਉਹਦੇ ਤੇ ਜਿਹੜਾ ਟੋਟਲ ਟਾਰਕ ਹੋਏਗਾ, ਜਿਹੜਾ ਬੋਡੀ ਤੇ ਨੈਟ ਟਾਰਕ ਆਏਗਾ which is to be given by the τ1 plus τ2, ਇਹਨਾਂ ਦੋਨਾਂ ਦਾ ਮਿਲਾ ਕੇ ਇਹ ਸਿਸਟਮ ਦਾ ਨੈਟ ਟਾਰਕ ਇਸ ਵੇਲੇ ਮੇਰੇ ਕੋਲ ਕੀ ਆ 0। ਯਾਨੀ ਸਿਸਟਮ ਦੇ ਅੰਦਰ ਟਾਰਕ ਐਕਟ ਕਰਦੇ ਪਏ ਆ, ਠੀਕ ਹੈ, ਪਰ ਦੋਨਾਂ ਦੇ ਮਿਲਾ ਕੇ ਜਿਹੜੇ ਟਾਰਕ ਦਾ ਰਿਜ਼ਲਟੈਂਟ ਟਾਰਕ ਹੋਏਗਾ if that come out to be 0 then we must say your body is in rotational equilibrium। ਇਹ ਮਤਲਬ ਅਸੀਂ ਮੰਨਦੇ ਸਾਡੀ ਬੋਡੀ ਉਦੋਂ rotational equilibrium ਚ ਹੈਗੀ ਆ। ਕੀ ਗੱਲ ਸਮਝ ਆ ਰਹੀ? Yes, sir. Yes, sir. ਚਲ Yes, sir. ਇਹਦੇ ਨਾਲ ਹੀ ਉਹਨੇ ਇੱਕ ਵਰਡ ਹੋਰ ਐਡ ਕੀਤਾ, ਉਹ ਕਹਿੰਦਾ ਜੀ ਤੁਹਾਡੀ ਬੋਡੀ ਜਿਹੜੀ ਨਾ ਇਹ ਇਸ ਮੂਵਮੈਂਟ ਤੇ ਪਾਰਸ਼ੀਅਲ ਇਕੁਇਲਿਬ੍ਰੀਅਮ ਚ,
ਕਹਿੰਦਾ ਵੀ what do you mean by the partial equilibrium? ਤਾਂ ਅਸੀਂ ਇਹ ਕਹਿੰਦੇ ਕਿ ਵੀ ਇਸ ਇਨਸਟੈਂਟ ਤੇ ਬਾਡੀ ਦੇ ਅੰਦਰ ਜਿਹੜਾ ਮੇਰੇ ਕੋਲ ਆ ਉਹ ਐਸ ਸੱਚ ਰੋਟੇਸ਼ਨਲ ਇਕੁਇਲਿਬ੍ਰੀਅਮ ਤੇ ਹੈਗਾ, ਪਰ ਇਸ ਵੇਲੇ ਬਾਡੀ ਦੇ ਅੰਦਰ ਟ੍ਰਾਂਸਲੇਸ਼ਨਲ ਇਕੁਇਲਿਬ੍ਰੀਅਮ ਹੈ ਨਹੀਂ। ਟ੍ਰਾਂਸਲੇਸ਼ਨਲ ਇਕੁਇਲਿਬ੍ਰੀਅਮ ਕਿਹਨੂੰ ਕਿਹਾ ਸੀ ਅਸੀਂ? ट्रांसलेशनल इक्विलिब्रियम किन्नू क्या सी आपा बेटा? सर ਜਦੋਂ net force 0 ਹੋਏ, ਜਦੋਂ net force 0, क्या इस सिस्टम दी net force 0 है या नहीं हैगी? ओए बोलो कोई है ना, इस वेले बॉडी दे उत्ते जिन्नियां फोर्सेस लाई कर रहीਆਂ सचलीन, क्या इन्हां दी net force 0 है बेटा कि नहीं 0? सचलीन Yes, sir. इस वेले क्या सिस्टम दी नेट फोर्स 0 हैगी पुत कि नहीं 0? So 0 है। 0 है। शिवम इस वेले सिस्टम दी नेट फोर्स 0 है या नहीं 0? सर 0 0। सर मैं Crime- ਦੱਸਾਂ? हाँ बोलो, तुसी बोलो। सर not 0। नॉट 0, हजे आंसर नहीं देना, तू इस तो आगे एक्सप्लेन नहीं करेगा। हाँ जी अंकिता, ग्राइमन, गुरजीवन, इस वेले सिस्टम दी नेट फोर्स 0 है या नहीं? सर मूव नहीं कर रहा तो 0 होएगी। मूव नहीं कर रहा तो 0 होएगी। ਹੁਣ ਆਪਾਂ ਇਸ ਚੀਜ਼ ਨੂੰ ਕਿੱਦਾਂ ਡਿਸਾਈਡ ਕਰੀਏ? ਇਸ ਵੇਲੇ ਸਿਸਟਮ ਦੇ ਅੰਦਰ ਜੇ ਅਸੀਂ ਲੈ ਕੇ ਚੱਲੀਏ, ਠੀਕ ਹੈ ਬੇਟਾ, ਤੇ ਇਸ ਇਨਸਟੈਂਟ ਦੇ ਉੱਤੇ, ਠੀਕ ਹੈ ਜੀ, ਬਾਡੀ ਦੇ ਉੱਤੇ, ਚਲੋ ਮੈਂ ਇੱਕ ਹੋਰ ਐਗਜ਼ਾਮਪਲ ਕੋਲ ਕਰਦਾ, ਬਾਅਦ ਚੋਂ ਆਨਸਰ ਦੇ ਦਿੰਦੇ। ਮੇਰੀ ਬਾਡੀ ਤੇ ਦੋ ਫੋਰਸਸ ਲਾਈ ਕਰਦੀਆਂ, ਠੀਕ ਹੈ ਜੀ, ਮੇਰੇ ਸੈਂਟਰ ਤੇ ਮੇਰੀ ਬਾਡੀ ਦੇ 10 ਨਿਊਟਨ ਬੈਕਵਰਡ ਫੋਰਸ ਲਾਈ ਕਰ ਰਹੀ ਔਰ ਬੈਕ ਤੋਂ ਫਾਰਵਰਡ ਚ 10 ਨਿਊਟਨ ਫੋਰਸ ਲਾਈ ਕਰ ਰਹੀ। ਵਾਟਸ ਦਾ ਟੋਟਲ ਫੋਰਸ ਔਨ ਮੀ? ਮੇਰੇ ਤੇ ਟੋਟਲ ਫੋਰਸ ਕਿੰਨੀ ਆ? ਸਰ ਦੁਬਾਰਾ ਦੱਸਿਓ ਇੱਕ ਵਾਰੀ। मेरी बॉडी ते आ सेंटर दे उत्ते 10 न्यूटन बैकवर्ड फोर्स लाई कर रही और इदे बैकवर्ड तो फॉरवर्ड डायरेक्शन च 10 न्यूटन फोर्स लाई कर रही। मेरे ते टोटल फोर्स कितनी? सर 0। 0। मेरे आ शोल्डर दे उत्ते 10 न्यूटन बैकवर्ड लग रही और आ शोल्डर दे उत्ते 10 न्यूटन फॉरवर्ड लग रही। मेरे ते नेट फोर्स कितनी? सर रिपीट करिए एक बार। मेरे लेफ्ट शोल्डर, मेरे राइट शोल्डर पे 10 न्यूटन बैकवर्ड फोर्स लगी, मेरे लेफ्ट शोल्डर के उत्ते 10 न्यूटन फॉरवर्ड फोर्स लगी। मेरी बॉडी दे टोटल फोर्स कितनी? सर 20 न्यूटन। 20 चलो हुन जदों मेरी बॉडी दे सेंटर ते, हजे मैं आंसर नहीं दिता, आंसर दूंगा। जदों मेरी बॉडी दे सेंटर ते 10 फॉरवर्ड ते 10 बैकवर्ड लगी सी, मेरी बॉडी दे अंदर क्या रोटेशनल इफेक्ट आएगा? नो सर। No, sir. ਜਦੋਂ ਮੇਰੀ ਬਾਡੀ ਦੇ ਰਾਈਟ ਸ਼ੋਲਡਰ ਤੇ 10 ਲੱਗੀ ਔਰ ਲੈਫਟ ਸ਼ੋਲਡਰ ਤੇ 10 ਲੱਗੀ, ਇੱਕ ਫਾਰਵਰਡ ਤੇ ਇੱਕ ਬੈਕਵਰਡ, क्या ਮੇਰੀ ਬਾਡੀ 'ਚ ਟਰਨਿੰਗ ਇਫੈਕਟ ਆਏਗਾ? Yes, sir. ਆਏਗਾ। ਹੁਣ ਸੁਣੋ, ਜਿਹਨੇ ਇਹ ਕਿਹਾ ਸੀ ਮੇਰੀ ਬਾਡੀ ਦੇ ਲੈਫਟ ਔਰ ਰਾਈਟ ਸ਼ੋਲਡਰ ਨਾਲ 20 ਨਿਊਟਨ, ਉਹ ਗਲਤ ਆ। ਠੀਕ ਹੈ, 10 ਬੈਕਵਰਡ ਆ 10 ਫਾਰਵਰਡ ਆ, ਇਹਦਾ ਮਤਲਬ ਮੇਰੀ ਬਾਡੀ ਤੇ ਜੇ ਦੋ ਫੋਰਸਸ ਲਾਈ ਕਰ ਰਹੀਆਂ, ਠੀਕ ਹੈ ਜੀ, ਇੱਥੇ 10 ਨਿਊਟਨ ਇਸ ਐਜ ਤੇ ਲਾ ਰਿਹਾ ਤੇ ਇਧਰੋਂ 10 ਨਿਊਟਨ ਆ ਐਜ ਤੇ ਲਾ ਰਿਹਾ, ਤੇ ਦੋ ਫੋਰਸਸ ਜਦੋਂ ਇਸ ਬਾਡੀ ਤੇ ਲਾਈ ਕੀਤੀਆਂ, ਇੱਥੇ ਨੈਟ ਫੋਰਸ ਤਾਂ 0 ਹੀ ਆ। ਦੋਨੇ ਫੋਰਸਸ ਦੀ ਇਕੁਅਲ ਐਂਡ ਆਪੋਜ਼ਿਟ ਹੈਗੀਆਂ, ਨੈਟ ਫੋਰਸ 0 ਆ, ਹਨਾ। ਪਰ ਜੇ ਮੈਂ ਇਹ ਕਹਾਂ, ਮੈਂ ਜਦੋਂ ਬਾਡੀ ਦੇ ਦੋ ਫੋਰਸਸ ਲਾਈ ਕਰਾਈਆਂ ਔਰ ਉਹਨਾਂ ਦੋਨਾਂ ਦਾ ਇਦਾਂ ਕਰਕੇ ਲਾਈਨ ਆਫ ਐਕਸ਼ਨ ਸੇਮ ਕਰ ਲਿਆ, ਯਾਨੀ ਇੱਕੋ ਲਾਈਨ ਦੇ ਲੌਂਗ ਇੱਥੇ ਤੇ ਇਧਰੋਂ ਵੀ ਸੇਮ ਲਾਈਨ ਦੇ ਉੱਤੇ ਫੋਰਸ ਮੈਂ ਅਪਲਾਈ ਕਰਾਂ, ਤੇ ਬਾਡੀ ਦੇ ਉੱਤੇ ਨੈਟ ਫੋਰਸ ਵੀ 0 ਆ, ਬਾਡੀ ਦੇ ਉੱਤੇ ਨੈਟ ਫੋਰਸ ਵੀ 0 ਆ, ਤੇ ਬਾਡੀ ਦੇ ਅੰਦਰ ਟਰਨਿੰਗ ਇਫੈਕਟ ਵੀ ਕੋਈ ਨਹੀਂ ਆ। ਤੇ ਉਦੋਂ ਅਸੀਂ ਕਹਿੰਦੇ ਬਾਡੀ ਕੰਪਲੀਟਲੀ ਟ੍ਰਾਂਸਲੇਸ਼ਨਲ ਤੇ ਰੋਟੇਸ਼ਨਲ ਦੋਨੋਂ ਟਾਈਪ ਦੇ ਇਕੁਇਲਿਬ੍ਰੀਅਮ ਚ ਆ। ਪਰ ਜਦੋਂ ਮੈਂ ਇਸ ਬਾਡੀ ਦੇ ਉੱਤੇ ਫੋਰਸ ਲਗਾਈਆਂ ਇਸ ਵੇ ਨਾ, ਮੈਂ ਇਧਰੋਂ ਲਾਣਾ ਪਿਆ 10 ਨਿਊਟਨ ਤੇ 10 ਨਿਊਟਨ ਇਧਰੋਂ ਲਾ ਰਿਹਾ, ਠੀਕ ਹੈ ਜੀ। ਜਾਂ ਜਿੱਦਾਂ ਮੈਂ ਆਪਣੀ ਐਗਜ਼ਾਮਪਲ ਕੋਡ ਕੀਤੀ, ਮੇਰੀ ਬਾਡੀ ਦੇ ਇੱਕ ਰਾਈਟ ਸ਼ੋਲਡਰ ਤੇ ਬੈਕਵਰਡ ਇੱਕ ਫਾਰਵਰਡ, ਤੇ ਮੇਰੀ ਬਾਡੀ ਨੂੰ ਇਹਨੇ ਰੋਟੇਟ ਕਰਨਾ, ਤੇ ਇਹਦਾ ਮਤਲਬ ਮੇਰੀ ਬਾਡੀ ਜਦੋਂ ਰੋਟੇਟ ਕਰਦੀ ਪਈ ਆ ਤੇ ਉਸ ਮੂਵਮੈਂਟ ਦੇ ਉੱਤੇ ਮੇਰੇ ਕੋਲ ਕੀ ਆਇਆ? ਰੋਟੇਸ਼ਨਲ ਇਫੈਕਟ ਪ੍ਰੋਡਿਊਸ ਹੋਇਆ। यस सर। Yes, sir. ਜਦੋਂ ਰੋਟੇਸ਼ਨਲ ਇਫੈਕਟ ਆਇਆ ਨਾ, ਤੁਸੀਂ ਨੋਟ ਕਰੋ, ਜੇ ਜਿਹੜਾ ਇਸ ਸਾਈਡ ਨੂੰ ਫੋਰਸ ਲਗਾ ਕੇ ਮੈਂ ਘੁਮਾਇਆ ਤੇ ਜਦੋਂ ਇਧਰੋਂ ਘੁਮਾਇਆ,
ਇਹਨਾਂ ਦੋਨਾਂ ਨੇ ਬਾਡੀ ਨੂੰ ਇੱਕੋ ਡਾਇਰੈਕਸ਼ਨ 'ਚ ਰੋਟੇਸ਼ਨ ਦਿੱਤੀ ਆ। ਤੁਸੀਂ ਟੂਟੀ ਖੋਲਦੇ ਹੋ, ਟੈਪ ਖੋਲਦੇ ਹੋ, ਤੇ ਜਦੋਂ ਅਸੀਂ ਟੈਪ ਖੋਲਦੇ ਆ ਟੈਪ ਦਾ ਹੈਂਡਲ ਹੋਵੇ, ਤੁਸੀਂ ਜਦੋਂ ਇਹਦੇ ਤੇ ਐ ਕਰਕੇ ਟੈਪ ਖੋਲਦੇ ਆ, ਆਪਾਂ ਹੱਥ ਨਾਲ ਇਦਾਂ ਟੈਪ ਖੋਲਦੇ, ਸੋਚ ਕੇ ਦੇਖੋ ਥੰਬ ਜਿਹੜੀ ਫੋਰਸ ਲਗਾ ਰਿਹਾ ਤੇ ਜਿਹੜੇ ਬਾਕੀ ਫਿੰਗਰ ਜਿਹੜੀ ਫੋਰਸ ਲਗਾ ਰਹੇ, ਇਹਨੇ ਜੇ ਬਾਡੀ ਨੂੰ ਇਧਰ ਨੂੰ ਫੋਰਸ ਲਗਾਈ ਤੇ ਇਧਰੋਂ ਫੋਰਸ ਆ ਡਾਇਰੈਕਸ਼ਨ 'ਚ ਲੱਗੀ, ਇਹਨਾਂ ਨੇ ਤੁਹਾਡੀ ਬਾਡੀ ਇੱਕੋ ਸਿੰਗਲ ਡਾਇਰੈਕਸ਼ਨ 'ਚ ਘੁਮਾਈ। Yes, sir. yes Yes, sir sir. ਇਹਦਾ ਮਤਲਬ ਆ ਫੋਰਸ ਇਸ ਸਾਈਡ ਨੂੰ ਤੇ ਆ ਫੋਰਸ ਇਸ ਸਾਈਡ ਨੂੰ, ਦੋਨੋਂ ਇਕੁਅਲ ਆਪੋਜ਼ਿਟ ਫੋਰਸਸ ਲਾਈ ਕਰਦੀਆਂ, ਠੀਕ ਹੈ, ਬਟ ਦੇ ਵਿਲ ਗਿਵ ਦਾ ਟਰਨਿੰਗ ਇਫੈਕਟ ਓਨਲੀ ਇਨ ਕਹਿੰਦਾ ਜੀ ਵਨ ਡਾਇਰੈਕਸ਼ਨ। ਤੇ ਫਿਰ ਜਦੋਂ ਬਾਡੀ ਦੇ ਅੰਦਰ ਸਿੰਗਲ ਡਾਇਰੈਕਸ਼ਨ 'ਚ ਮੇਰੇ ਕੋਲ ਟਰਨ ਆ ਰਿਹਾ ਤੇ ਬਾਡੀ ਮੇਰੀ ਉਸ ਮੂਵਮੈਂਟ ਤੇ ਐਸ ਸੱਚ ਟ੍ਰਾਂਸਲੇਸ਼ਨਲ ਇਕੁਇਲਿਬ੍ਰੀਅਮ ਤੇ ਬਣਾਏਗੀ, ਪਰ ਬਾਡੀ ਮੇਰੀ ਰੋਟੇਸ਼ਨਲ ਇਕੁਇਲਿਬ੍ਰੀਅਮ ਨਹੀਂ ਬਣਾਏਗੀ। ਕਿਉਂ? ਕਿਉਂਕਿ ਜਦੋਂ ਇੱਕ ਫੋਰਸ ਇਧਰੋਂ ਲੱਗੀ ਤੇ ਇੱਕ ਫੋਰਸ ਇਧਰੋਂ ਲੱਗੀ, ਇਹਦਾ ਮਤਲਬ ਆ ਦੋ ਫੋਰਸਸ ਜਿਹੜੀਆਂ ਨੇ ਇਹਨਾਂ ਦੇ ਅੰਡਰ ਤੁਹਾਡੀ ਬਾਡੀ ਜਿਹੜੀ ਹੋਏਗੀ, ਆਪਾਂ ਇਦਾਂ ਇੱਥੇ ਦਿਖਾ ਦਿੰਨੇ ਆ, ਬਾਡੀ ਦੇ ਉੱਤੇ ਦੋ ਫੋਰਸਸ ਜਿਹੜੀਆਂ ਆ ਗਈਆਂ, ਇੱਕ ਇਸ ਸਾਈਡ ਨੂੰ, ਠੀਕ ਹੈ ਜੀ, ਇਸ ਸਾਈਡ ਨੂੰ, ਔਰ ਇੱਕ ਆ ਸਾਈਡ ਨੂੰ, ਇਹ ਦੋਨੋਂ ਫੋਰਸਸ ਇਕੁਅਲ ਐਂਡ ਆਪੋਜ਼ਿਟ ਔਰ ਬਾਡੀ ਨੂੰ ਰੋਟੇਟ ਕਰਾ ਸਕਦੀਆਂ। ਇਹਦਾ ਮਤਲਬ ਇਹਨਾਂ ਦਾ ਟਾਰਕ ਜਿਹੜੇ ਦੋਨੋਂ ਸਾਈਡ ਤੋਂ ਬਣੇ ਨਾ, ਉਹ ਕੈਨਸਲ ਨਹੀਂ ਹੋਏ, ਉਹ ਐਡ ਹੋਏ ਆ ਤੇ ਅਲਟੀਮੇਟਲੀ ਬਾਡੀ 'ਚ ਟਰਨਿੰਗ ਇਫੈਕਟ ਇਹਨੇ ਦਿੱਤਾ। ਪਰ ਕਿਉਂਕਿ ਇਸ ਬਾਡੀ ਦੇ ਉੱਤੇ ਦੋਨੋਂ ਫੋਰਸਸ ਜਿਹੜੀਆਂ ਨੇ ਉਹ ਆਪੋਜ਼ਿਟ ਡਾਇਰੈਕਸ਼ਨ 'ਚ ਆ, ਇਸ ਲਈ ਇਸ ਬਾਡੀ ਦੀ ਨੈਟ ਫੋਰਸ ਜਿਹੜੀ ਆ ਉਹ ਜ਼ੀਰੋ ਆ ਬੇਟਾ, ਠੀਕ ਹੈ, ਇਸ ਬਾਡੀ ਦੇ ਉੱਤੇ ਨੈਟ ਫੋਰਸ ਜਿਹੜੀ ਉਹ ਜ਼ੀਰੋ ਆ, ਪਰ ਬਾਡੀ ਦੇ ਉੱਤੇ ਇਸ ਵੇਲੇ ਟਾਰਕ ਨਹੀਂ ਜ਼ੀਰੋ ਹੈਗਾ। ਇਹਦਾ ਮਤਲਬ ਮੇਰੀ ਬਾਡੀ ਦੇ ਅੰਦਰ ਟ੍ਰਾਂਸਲੇਸ਼ਨਲ ਇਕੁਇਲਿਬ੍ਰੀਅਮ ਹੋਏਗਾ, ਪਰ ਬਾਡੀ ਦੇ ਅੰਦਰ ਰੋਟੇਸ਼ਨਲ ਇਕੁਇਲਿਬ੍ਰੀਅਮ ਨਹੀਂ ਹੋਏਗਾ, ਕਿਉਂਕਿ ਦੋਨਾਂ ਫੋਰਸਸ ਦੇ ਕਰਕੇ ਜਿਹੜਾ ਟਾਰਕ ਆ ਉਹ ਸੇਮ ਡਾਇਰੈਕਸ਼ਨ 'ਚ ਆ ਤੇ ਉਹ ਐਡ ਕਰਕੇ ਟੋਟਲ ਟਾਰਕ ਬਣਾਉਂਦਾ ਪਿਆ। ਇਹ ਪੁੱਤ ਥੋੜੇ ਜਿਹੀਆਂ ਚੀਜ਼ਾਂ ਦਿਮਾਗ 'ਚ ਕਨਫਿਊਜ਼ਨ ਕ੍ਰੀਏਟ ਕਰ ਸਕਦੀਆਂ ਕਿ ਜੋ ਦੱਸਦਾ ਪਿਆ ਉਹ ਗੱਲ ਸਮਝ ਆ ਰਹੀ? Yes, sir. yes sir Yes, sir. ਹੁਣ ਇਸੇ ਤਰ੍ਹਾਂ ਹੀ ਜੇ ਇੱਥੇ ਸੋਚੋ ਨਾ, ਇਸ ਸਿਸਟਮ ਦੀ ਨੈਟ ਫੋਰਸ ਜ਼ੀਰੋ ਨਹੀਂ ਹੈਗੀ। ਅਸੀਂ ਜੇ ਐਸਐਚ ਲੈ ਕੇ ਚੱਲੀਏ, ਅਸੀਂ ਸ਼ੋ ਆਫ ਕਰ ਰਹੇ ਇਸ ਵੇਲੇ ਬਾਡੀ ਦੇ ਉੱਤੇ ਦੋ ਫੋਰਸਸ ਨੇ, F1 ਐਂਡ F2, ਐਂਡ ਬੋਥ ਦਾ ਫੋਰਸਸ ਦੇ ਆਰ ਇਨ ਸੇਮ ਡਾਇਰੈਕਸ਼ਨ। क्या ये दोनों ऐड करके जीरो हो सकदियां? No, sir. ये जीरो नहीं होनी है ना, क्योंकि दोनों फोर्सेस सेम डायरेक्शन च ते वेक्टर क्वांटिटी सेम डायरेक्शन च जदों ऐड होनियां ते ऐड करके रिजल्ट जीरो बनना ही नहीं। जे एक दी वैल्यू 2 आ, दूजे दी 4 आ, 6 आ, 8 आ, 10 आ, कुछ भी आ, ते ये ऐड हो रहीयां, सबट्रैक्ट ते हो ही नहीं रहीयां। ਇਹਦਾ ਮਤਲਬ ਇਸ ਮੂਵਮੈਂਟ ਤੇ ਤੁਹਾਡੀ ਬਾਡੀ ਦੇ ਅੰਦਰ ਨੈਟ ਟਾਰਕ ਤੇ ਜ਼ੀਰੋ ਹੈਗਾ, ਬਾਡੀ ਦੇ ਅੰਦਰ ਨੈਟ ਟਾਰਕ ਤੇ ਜ਼ੀਰੋ ਹੈਗਾ, ਪਰ ਬਾਡੀ ਦੇ ਅੰਦਰ ਨੈਟ ਫੋਰਸ ਜਿਹੜੀ ਆ ਇਹ ਮੇਰੀ ਨਾਨ ਜ਼ੀਰੋ ਆ। ਇਸ ਲਈ ਜਦੋਂ ਬਾਡੀ ਦੇ ਅੰਦਰ ਨੈਟ ਫੋਰਸ ਜ਼ੀਰੋ ਨਹੀਂ ਆ ਕੇ ਨੈਟ ਟਾਰਕ ਜ਼ੀਰੋ ਆ, ਤਾਂ ਅਸੀਂ ਕਹਿੰਦੇ ਜੀ ਬਾਡੀ ਮੇਰੀ ਜਿਹੜੀ ਆ ਉਹ ਰੋਟੇਸ਼ਨਲ ਇਕੁਇਲਿਬ੍ਰੀਅਮ ਚ ਤੇ ਹੈਗੀ ਆ, ਪਰ ਇਸ ਵੇਲੇ ਬਾਡੀ ਮੇਰੀ ਟ੍ਰਾਂਸਲੇਸ਼ਨਲ ਇਕੁਇਲਿਬ੍ਰੀਅਮ ਚ ਹੈ ਨਹੀਂ। ਕਿਆ ਆ ਗੱਲ ਸਮਝ ਲੱਗੀ? yes sir ਹੁਣ ਇਹਦੀ ਜਗ੍ਹਾ ਤੇ ਆਪਾਂ ਸੈਕਿੰਡ ਐਗਜ਼ਾਮਪਲ ਇਦਾਂ ਬਣਾਉਣ ਲੱਗੇ, ਜੇ ਆਹੀ ਰੋਡ ਗਿਵਨ ਹੋਵੇ, ਠੀਕ ਹੈ ਜੀ, ਇਸੇ ਰੋਡ ਦੇ ਉੱਤੇ ਆ ਇਹਦਾ ਫਲਕਰਮ ਆ ਗਿਆ, ਇਸੇ ਰੋਡ ਦੇ ਉੱਤੇ ਦੋ ਫੋਰਸਸ ਇਦਾਂ ਆਪਾਂ ਅਪਲਾਈ ਕਰਾਈਏ, ਠੀਕ ਹੈ, ਵਨ ਫੋਰਸ ਲਾਈਜ਼ ਇਨ ਦਾ ਡਾਊਨਵਰਡ ਐਂਡ ਸੈਕਿੰਡ ਫੋਰਸ ਲਾਈਜ਼ ਇਨ ਦਾ ਅਪਵਰਡ ਡਾਇਰੈਕਸ਼ਨ, ਠੀਕ ਹੈ, ਆਪੋਜ਼ਿਟ ਡਾਇਰੈਕਸ਼ਨ ਚ ਆਪਾਂ ਫੋਰਸਸ ਅਪਲਾਈ ਕਰੀਏ। ਤੇ ਬੇਟਾ ਇਹਨੇ ਬਾਡੀ ਨੂੰ ਜਦੋਂ ਰੋਟੇਟ ਕਰਾਇਆ ਤੇ ਇਹਨੇ ਬਾਡੀ ਨੂੰ ਜਦੋਂ ਰੋਟੇਟ ਕਰਾਇਆ, ਇਹਦਾ ਪਰਪੈਂਡੀਕੂਲਰ ਡਿਸਟੈਂਸ d1 ਆ ਗਿਆ, ਇਹਦਾ ਐਕਸਿਸ ਤੋਂ ਪਰਪੈਂਡੀਕੂਲਰ ਡਿਸਟੈਂਸ d2 ਆ ਗਿਆ, ਠੀਕ ਹੈ ਜੀ। ਤੇ ਜੇ ਹੁਣ ਦੋਨਾਂ ਦੇ ਟਰਨਿੰਗ ਇਫੈਕਟ ਦੇਖੀਏ ਤੇ ਵੈਦਰ ਦਾ ਟਰਨਿੰਗ ਇਫੈਕਟ ਆਰ ਇਨ ਸੇਮ ਡਾਇਰੈਕਸ਼ਨ ਔਰ ਇਨ ਆਪੋਜ਼ਿਟ? Opposite direction, sir. Same. ਓਏ ਲਾਡੇ ਪੁੱਤ ਧਿਆਨ ਨਾਲ sir ਦੇਖੋ, same ਆਪੋਜ਼ਿਟ ਕਿੱਦਾਂ ਬਣੀ? ਆ ਦੇਖ ਨਾ, ਆ ਚੀਜ਼ ਜਿਹੜੀ ਘੁਮਾਉਂਦੀ ਪਈ ਇਹ ਚੀਜ਼ ਨੂੰ ਐਂਟੀ ਕਲੌਕਵਾਈਜ਼ ਘੁਮਾ ਰਹੀ ਆ, ਤੇ ਜੇ ਆ ਚੀਜ਼ ਨੂੰ ਵੀ ਘੁਮਾਉਣੇ ਪਏ ਇਹ ਵੀ ਐਂਟੀ ਕਲੌਕਵਾਈਜ਼ ਆ। ਇਹਦਾ ਮਤਲਬ ਦੋਨੋਂ ਬਾਡੀਜ਼ ਜਿਹੜੀਆਂ ਨੇ ਉਹ ਇੱਕੋ ਡਾਇਰੈਕਸ਼ਨ ਚ ਬਾਡੀ ਨੂੰ ਜਿਹੜਾ ਵਾ ਉਹ ਟਰਨ ਕਰਦੀਆਂ ਪਈਆਂ। Yes, sir. ਇਹਦਾ ਮਤਲਬ ਇਹ ਹੋ ਗਿਆ ਦੋਨਾਂ ਦੇ ਜਿਹੜੇ ਟਾਰਕ ਬਣੇ ਆ ਦੇ ਲਾਈਜ਼ ਇਨ ਸੇਮ ਡਾਇਰੈਕਸ਼ਨ। ਇਮਲ ਜੇ ਮੈਂ τ1 ਲਿਖਾਂ F1 into d1 ਤੇ ਜੇ ਮੈਂ τ2 ਲਿਖਾਂ F2 into d2, ਆ ਵੀ ਪੋਜ਼ਿਟਿਵ ਕਿਉਂਕਿ ਦੋਨੋਂ ਐਂਟੀ ਕਲੌਕਵਾਈਜ਼ ਆ। ਇਹਦਾ ਮਤਲਬ ਬਾਡੀ ਦਾ ਜੇ ਮੈਂ ਟੋਟਲ ਟਾਰਕ ਲਿਖਾਂ τ1 plus τ2 ਤੇ ਇਹ ਇਸ ਮੂਵਮੈਂਟ ਤੇ F1 d1 plus F2 d2 ਕਰਕੇ ਕਿਆ ਇਹ ਜ਼ੀਰੋ ਵੈਲਿਊ ਦਊਗਾ?
क्या No, इस sir. केस ਦੇ ਅੰਦਰ ਜ਼ੀਰੋ ਵੈਲਿਊ ਆਏਗੀ? No, sir. ਨਹੀਂ ਆਣੀ ਨਾ। ਤੇ No, ਜੇ sir. ਇਸ ਕੇਸ ਦੇ ਅੰਦਰ ਇਹਦਾ ਟਾਰਕ ਜ਼ੀਰੋ ਨਹੀਂ ਆ ਰਿਹਾ ਤੇ ਇਹਦਾ ਮਤਲਬ ਤੁਹਾਡੀ ਬਾਡੀ ਦੇ ਅੰਦਰ ਐਸ ਸੱਚ ਰੋਟੇਸ਼ਨਲ ਇਕੁਇਲਿਬ੍ਰੀਅਮ ਨਹੀਂ ਹੈਗਾ, ਕਿਉਂਕਿ ਰੋਟੇਸ਼ਨਲ ਇਕੁਇਲਿਬ੍ਰੀਅਮ ਦੀ ਕੰਡੀਸ਼ਨ ਇਹ ਸੀ ਕਿ ਜਿਹੜਾ ਸਿਸਟਮ ਦਾ ਨੈਟ ਟਾਰਕ ਉਹ ਜ਼ੀਰੋ ਆਣਾ ਚਾਹੀਦਾ, ਪਰ ਆਪਣਾ ਨੈਟ ਟਾਰਕ ਜ਼ੀਰੋ ਤਾਂ ਨਹੀਂ ਇਸ ਕੇਸ 'ਚ। No, sir. ਹਾਂ, ਪਰ ਇੱਕ ਚੀਜ਼ ਹੈਗੀ ਆ ਕਿ ਜਿਹੜੀਆਂ ਫੋਰਸਸ ਬਾਡੀ ਤੇ ਲਾਈ ਕਰਦੀਆਂ ਪਈਆਂ ਇਹ ਦੋਨੋਂ ਫੋਰਸਸ ਇੱਕ ਦੂਜੇ ਤੋਂ ਆਪੋਜ਼ਿਟ ਆ, ਔਰ ਜੇ ਇਕੁਅਲ ਵੀ ਹੋਈਆਂ ਹੈਨਾ ਤੇ ਇਹਦਾ ਮਤਲਬ ਦੋ ਫੋਰਸਸ ਹੋ ਗਈਆਂ ਇਕੁਅਲ ਐਂਡ ਆਪੋਜ਼ਿਟ ਹੋ ਗਈਆਂ, ਫਿਰ ਇਹਨਾਂ ਦੀ ਨੈਟ ਫੋਰਸ ਕਿੰਨੀ ਹੋਊਗੀ? Zero. ਜ਼ੀਰੋ। ਤੇ ਇਹਦਾ ਮਤਲਬ ਇਸ ਕੇਸ ਦੇ ਅੰਦਰ ਬਾਡੀ ਦੀ ਨੈਟ ਫੋਰਸ ਜਿਹੜੀ ਆ ਉਹ ਮੇਰੀ ਜ਼ੀਰੋ ਆ, ਜਦ ਕਿ ਟਾਰਕ ਇਹਦਾ ਜ਼ੀਰੋ ਨਹੀਂ ਹੈਗਾ। ਤੇ ਇਹਦਾ ਮਤਲਬ ਫਿਰ ਇਸ ਮੂਵਮੈਂਟ ਤੇ ਜਿਹੜੀ ਬਾਡੀ ਦੇ ਅੰਦਰ ਨੈਟ ਫੋਰਸ ਜ਼ੀਰੋ ਹੋਵੇ ਅਸੀਂ ਕਹਿੰਦੇ ਜੀ ਉਹ ਟ੍ਰਾਂਸਲੇਸ਼ਨਲ ਇਕੁਇਲਿਬ੍ਰੀਅਮ ਚ। ਇਹਦਾ ਮਤਲਬ ਇਸ ਸਿਸਟਮ ਦੇ ਅੰਦਰ ਬਾਡੀ ਦੇ ਅੰਦਰ ਟ੍ਰਾਂਸਲੇਸ਼ਨਲ ਇਕੁਇਲਿਬ੍ਰੀਅਮ ਹੈਗਾ ਪਰ ਰੋਟੇਸ਼ਨਲ ਇਕੁਇਲਿਬ੍ਰੀਅਮ ਹੈ ਨਹੀਂ। ਇਸ ਕੇਸ ਦੇ ਅੰਦਰ ਬਾਡੀ ਦੇ ਅੰਦਰ ਮੇਰੇ ਕੋਲ ਰੋਟੇਸ਼ਨਲ ਇਕੁਇਲਿਬ੍ਰੀਅਮ ਹੈਗਾ, ਠੀਕ ਹੈ, ਪਰ ਟ੍ਰਾਂਸਲੇਸ਼ਨਲ ਇਕੁਇਲਿਬ੍ਰੀਅਮ ਨਹੀਂ। ਇਹਦਾ ਮਤਲਬ ਬਾਡੀ ਮੇਰੀ ਜਿਹੜੀ ਹੋਏਗੀ ਹੈ ਨਾ ਉਹਦੇ ਅੰਦਰ ਪਾਰਸ਼ੀਅਲ ਇਕੁਇਲਿਬ੍ਰੀਅਮ ਵੀ ਆਂਦਾ, ठीक है। One type of equilibrium is to be there in the body, whereas the other type of equilibrium is not to be present in the body। ਤੇ ਉਸ ਵੇਲੇ ਅਸੀਂ ਡਿਫਾਈਨ ਕਰ ਦਿੰਦੇ ਕਿ ਵੀ ਬਾਡੀ ਮੇਰੀ ਪਾਰਸ਼ੀਅਲ ਇਕੁਇਲਿਬ੍ਰੀਅਮ ਚ। ਤੇ ਜੇ ਮੈਂ ਤੀਜੀ ਐਗਜ਼ਾਮਪਲ ਬੋਲਾਂ ਕਿ ਵੀ ਆ ਮੇਰੇ ਬਾਡੀ ਦੇ ਉੱਤੇ ਇਸੇ ਥਾਂ ਤੇ 10 ਨਿਊਟਨ ਬੈਕਵਰਡ ਲਾ ਦਿਓ, ਇਸੇ ਥਾਂ ਤੇ 10 ਨਿਊਟਨ ਫਾਰਵਰਡ ਲਾ ਦਿਓ, ਮੇਰੀ ਬਾਡੀ ਦਾ ਨੈਟ ਫੋਰਸ ਕਿੰਨੀ? Zero. ਜ਼ੀਰੋ। ਮੇਰੀ ਬਾਡੀ ਦੇ ਉੱਤੇ ਦੋਨਾਂ ਦਾ ਮਿਲਾ ਕੇ ਟਰਨਿੰਗ ਇਫੈਕਟ ਕਿੰਨਾ ਜੀ? Zero. ਜ਼ੀਰੋ। ਇਹਦਾ ਮਤਲਬ ਨਾ ਤਾਂ ਮੇਰੀ ਬਾਡੀ ਰੋਟੇਟ ਕਰ ਰਹੀ ਆ ਤੇ ਨਾ ਮੇਰੀ ਬਾਡੀ ਦੇ ਅੰਦਰ ਲੀਨੀਅਰ ਮੋਸ਼ਨ ਆ ਰਹੀ ਆ, ਤੇ ਉਦੋਂ ਅਸੀਂ ਕਹਿੰਦੇ ਬਾਡੀ ਦੇ ਅੰਦਰ ਐਬਸੋਲੂਟ ਇਕੁਇਲਿਬ੍ਰੀਅਮ ਹੋਏਗਾ। ਟ੍ਰਾਂਸਲੇਸ਼ਨਲ ਤੇ ਰੋਟੇਸ਼ਨਲ ਦੋਨੋਂ ਟਾਈਪ ਦੇ ਇਕੁਇਲਿਬ੍ਰੀਅਮ ਜਿਹੜੇ ਆ ਉਹ ਬਾਡੀ ਦੇ ਅੰਦਰ ਉਸ ਵੇਲੇ ਪ੍ਰੈਜ਼ੈਂਟ ਹੋਊਗੇ। ਗੱਲ ਸਮਝ ਆਈ? Yes, sir. Yes, sir. ਚਲੋ ਇਨੀ ਚੀਜ਼ ਨੂੰ ਇੱਕ ਵਾਰੀ ਕਨਕਲੂਡ ਕਰਿਆ ਜਿੰਨਾ ਆਪਾਂ ਹੁਣ ਤੱਕ ਕੀਤਾ ਉਹਦੇ ਅੰਦਰ ਅਸੀਂ ਡਿਫਾਈਨ ਕਰਦੇ ਪਏ ਕਿ ਵੀ ਹੈਵ ਦਾ ਟੂ ਟਾਈਪ ਆਫ ਇਕੁਇਲਿਬ੍ਰੀਅਮ, one is the translational and second one is the rotational। and translational equilibrium is of further two type: static equilibrium, a body is in the state of rest, and the dynamic equilibrium, a body is already in the state of uniform motion। ਫਿਰ ਉਸ ਤੋਂ ਬਾਅਦ ਅਸੀਂ ਕਿਹਾ ਜੀ ਬਾਡੀ ਦੇ ਅੰਦਰ ਜਦੋਂ ਮੋਸ਼ਨ ਹੈਗੀ ਆ ਤੇ ਫਿਰ ਅਸੀਂ ਕਹਿੰਦੇ ਤਿੰਨ ਟਾਈਪ ਦਾ ਇਕੁਇਲਿਬ੍ਰੀਅਮ ਅਸੀਂ ਡਿਸਕਸ ਕਰਦੇ ਹਾਂ। ਇੱਕ ਉਹਦੇ ਅੰਦਰ ਆ ਜਾਂਦਾ ਮੇਰੇ ਕੋਲ ਜਿਹੜਾ ਸਟੇਬਲ ਇਕੁਇਲਿਬ੍ਰੀਅਮ, ਇੱਕ ਅਨਸਟੇਬਲ ਇਕੁਇਲਿਬ੍ਰੀਅਮ ਔਰ ਇੱਕ ਡਾਇਨਾਮਿਕ ਇਕੁਇਲਿਬ੍ਰੀਅਮ, ਠੀਕ ਹੈ। ਇਹ ਸਾਰੇ ਦਾ ਸਾਰਾ ਪੋਰਸ਼ਨ ਮੇਰਾ ਟ੍ਰਾਂਸਲੇਸ਼ਨਲ ਇਕੁਇਲਿਬ੍ਰੀਅਮ ਦਾ। ਉਸ ਤੋਂ ਬਾਅਦ ਆ ਜਾਂਦਾ ਰੋਟੇਸ਼ਨਲ ਇਕੁਇਲਿਬ੍ਰੀਅਮ। ਰੋਟੇਸ਼ਨਲ ਇਕੁਇਲਿਬ੍ਰੀਅਮ ਦਾ ਮਤਲਬ ਅਸੀਂ ਇਹ ਕੱਢਿਆ ਕਿ ਬਾਡੀ ਦੇ ਉੱਤੇ ਇੰਡੀਵਿਜੂਅਲ ਫੋਰਸਿਸ ਦੀ ਨੈਟ ਵੈਲਿਊ ਜ਼ੀਰੋ ਹੋਵੇ ਜਾਂ ਨਾ ਹੋਵੇ, ਪਰ ਬਾਡੀ ਦੇ ਅੰਦਰ ਨੈਟ ਟਾਰਕ ਜ਼ੀਰੋ ਜ਼ਰੂਰ ਹੋਣਾ ਚਾਹੀਦਾ, ਠੀਕ ਹੈ। ਇੰਡੀਵਿਜੂਅਲ ਪਾਰਟੀਕਲ ਦੇ ਟਾਰਕ ਐਕਟ ਕਰੂਗੇ ਪਰ ਉਹਨਾਂ ਸਾਰਿਆਂ ਦਾ ਮਿਲਾ ਕੇ ਜਿਹੜਾ ਨੈਟ ਟਾਰਕ ਆ ਉਹ ਸਿਸਟਮ ਦਾ ਜ਼ੀਰੋ ਆਣਾ ਚਾਹੀਦਾ, ਫਿਰ ਬਾਡੀ ਮੇਰੀ ਰੋਟੇਸ਼ਨਲ ਇਕੁਇਲਿਬ੍ਰੀਅਮ ਚ, ਠੀਕ ਹੈ। ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰ ਲਈ ਕਿ ਵੀ ਬਾਡੀ ਦੇ ਅੰਦਰ ਜਿਹੜਾ ਇਕੁਇਲਿਬ੍ਰੀਅਮ ਆ, ਠੀਕ ਹੈ, ਉਹ ਪਾਰਸ਼ੀਅਲ ਇਕੁਇਲਿਬ੍ਰੀਅਮ ਵੀ ਆ ਜਾਂਦਾ। ਇਹ ਇੱਕ ਟਾਈਪ ਦਾ ਇਕੁਇਲਿਬ੍ਰੀਅਮ ਬਾਡੀ ਪੋਸੈਸ ਕਰੇਗੀ, ਸੈਕੰਡ ਟਾਈਪ ਦਾ ਨਹੀਂ ਹੋਏਗਾ। ਜੇ ਇੱਕ ਟ੍ਰਾਂਸਲੇਸ਼ਨਲ ਹੋਏਗਾ, ਰੋਟੇਸ਼ਨਲ ਨਹੀਂ ਹੋਏਗਾ, ਉਹ ਆ ਐਗਜ਼ਾਮਪਲ ਬਣ ਜਾਂਦੀ। ਤੇ ਜੇ ਮੇਰੇ ਕੋਲ ਬਾਡੀ ਦੇ ਅੰਦਰ ਐਸ ਸੱਚ ਕਹਿੰਦਾ ਜੀ ਟ੍ਰਾਂਸਲੇਸ਼ਨਲ ਇਕੁਇਲਿਬ੍ਰੀਅਮ ਹੋਏਗਾ ਪਰ ਰੋਟੇਸ਼ਨਲ ਨਹੀਂ ਹੋਏਗਾ ਤੇ ਮੇਰੇ ਕੋਲ ਉਹ ਆ ਸੈਕੰਡ ਕੇਸ ਬਣ ਜਾਂਦਾ, ਠੀਕ ਹੈ। ਤੇ ਜੇ ਦੋਨੋਂ ਟਾਈਪ ਦਾ ਉਹ ਆਪ ਤੁਹਾਨੂੰ ਮੈਂ ਦੱਸਦਾ ਪਿਆ ਕਿ ਜੇ ਬਾਡੀ ਦੇ ਫੋਰਸ ਆਪਾਂ ਇੱਥੇ ਹੀ ਲਾ ਦਈਏ, ਆ F1 F2 ਇੱਥੇ ਨਾ ਲਾਈ ਕਰਕੇ ਇਸ ਬਾਡੀ ਦੇ ਉੱਤੇ ਇੱਥੇ ਹੀ F1 ਫੋਰਸ ਲਾਈ ਕਰੇ ਤੇ ਇੱਥੇ ਹੀ F2 ਫੋਰਸ ਲਾਈ ਕਰੇ, ਔਰ ਇਹੀ ਬਾਡੀ ਦਾ ਜਿਹੜਾ ਬੈਲੈਂਸਿੰਗ ਪੁਆਇੰਟ ਆ। ਤੇ ਇਸ ਵੇਲੇ ਬਾਡੀ ਦੇ ਅੰਦਰ ਨੈਟ ਫੋਰਸ ਵੀ ਜ਼ੀਰੋ ਆ ਤੇ ਇਸ ਵੇਲੇ ਬਾਡੀ ਦੇ ਅੰਦਰ ਨੈਟ ਟਾਰਕ ਵੀ ਜ਼ੀਰੋ ਆ। ਤੇ ਉਦੋਂ ਅਸੀਂ ਕਹਿੰਦੇ ਜੀ ਬਾਡੀ ਮੇਰੀ ਕੰਪਲੀਟ ਇਕੁਇਲਿਬ੍ਰੀਅਮ ਚ ਹੋਏਗੀ। ਟ੍ਰਾਂਸਲੇਸ਼ਨਲ ਤੇ ਰੋਟੇਸ਼ਨਲ ਦੋਨੋਂ ਟਾਈਪ ਦੇ ਬਾਡੀ ਦੇ ਇਕੁਇਲਿਬ੍ਰੀਅਮ ਹੋਣਗੇ। क्या क्लियर होया जी? Yes, sir. Yes, sir. Yes, मैं sir. जे किसी नू किसी भी वर्ड का डाउट हैगा तो जरूर बोलो, ठीक है जी। अदरवाइज अपने को जिहड़ा इक्विलिब्रियम का टॉपिक आ वो अपना कंप्लीट आ बेटा।